ਤੁਹਾਨੂੰ ਟੀਚਰ ਕਿੱਦਾਂ ਲੱਗੇ? ਥੋੜਾ ਜਿਹਾ ਰੌਲਾ ਪਾ ਕੇ ਦੱਸਣਾ ਆ ਕਿੱਦਾਂ ਸੀਗੀ ਤਾਂ ਕਲਾਸਾਂ? ਹਾਂ, ਪੂਰਾ ਇੰਜੋਏ ਕੀਤਾ? ਕੀ ਸਿੱਖ ਲਿਆ? ਰੰਗ ਬਣਾਉਣੇ ਸਿੱਖੇ? ਵੈਰੀ ਨਾਈਸ। ਹਰ ਇੱਕ ਪੇਂਟਿੰਗ ਦੇ ਨਾਲ ਇੱਕ ਸਾਖੀ ਜੁੜੀ ਹੋਈ ਆ। ਜੇ ਤੁਸੀਂ ਉਹਨਾਂ ਨੂੰ ਦੇਖੋ ਜਦੋਂ ਆਰਟ ਕਰ ਰਹੇ ਹੁੰਦੇ, ਸਰੀਰ ਹੀ ਇੱਥੇ ਹੁੰਦਾ, ਉਂਝ ਉਹ ਬਿਲਕੁਲ ਗਵਾਚ ਜਾਂਦੇ। ਬਹੁਤੀ ਵਾਰੀ ਦਾ ਹਾਕ ਮਾਰੋ ਤੇ ਉਹ ਨਹੀਂ, ਉਹਨਾਂ ਨੂੰ ਉਹਦਾ ਧਿਆਨ ਨਹੀਂ ਹੁੰਦਾ। ਆਉਣ ਵਾਲੇ ਟਾਈਮ ਦੇ ਵਿੱਚ ਉਹ ਜ਼ਿਆਦਾ ਸਿਕਿਉਰ ਹੈ ਜਿਹੜਾ ਆਊਟ ਆਫ ਦਾ ਬਾਕਸ ਹੋ ਸਕਦਾ, ਕਿਉਂਕਿ ਜੋ ਕੈਲਕੂਲੇਟ ਕੀਤਾ ਜਾ ਸਕਦਾ ਉਹ ਸਾਰਾ ਕੁਝ ਮਸ਼ੀਨਾਂ ਨੇ ਕਰ ਲੈਣਾ, ਤਕਰੀਬਨ ਕਰ ਹੀ ਲਿਆ, ਉਹ ਬਸ ਰਿਫਾਈਨ ਹੀ ਹੋ ਰਿਹਾ। ਨਿਆਣੇ ਖੁਸ਼ ਹੋ ਤੁਸੀਂ ਸਾਰੇ ਜਣੇ? ਆਵਾਜ਼ ਨਹੀਂ ਆਈ ਅਜੇ, ਉੱਚੀ ਦੇਣੀ। ਹਾਂ, ਹੁਣ ਬਣੀ ਆ ਗੱਲ। ਪੰਜਾਬੀ ਕਲਚਰਲ ਸੈਂਟਰ ਅਤੇ ਪੰਜਾਬੀ ਰੇਡੀਓ USA ਦੇ ਸਾਂਝੇ ਉਪਰਾਲੇ ਦੇ ਸਦਕਾ 7ਵਾਂ ਸਾਲਾਨਾ ਆਰਟ ਕੈਂਪ ਅਤੇ ਆਰਟ ਐਗਜ਼ੀਬਿਸ਼ਨ ਦੇ ਵਿੱਚ ਸਾਰੇ ਹੀ ਬੱਚਿਆਂ ਨੇ ਜਿਨ੍ਹਾਂ ਨੇ ਭਾਗ ਲਿਆ, ਤੁਸੀਂ ਪਹੁੰਚੇ ਹੋ ਅੱਜ ਇਸ ਸਮਾਗਮ ਦਾ, ਇਸ ਕੈਂਪ ਦਾ, ਇਸ ਐਗਜ਼ੀਬਿਸ਼ਨ ਦਾ ਸੰਪੂਰਨਤਾ ਵਾਲਾ ਦਿਨ, ਅਖੀਰਲਾ ਜਿਹੜਾ ਉਹ ਦਿਨ। ਸੋ ਤੁਹਾਨੂੰ ਸਾਰਿਆਂ ਨੂੰ ਪਹੁੰਚਿਆਂ ਨੂੰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਫਤਿਹ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪੰਜਾਬੀ ਕਲਚਰਲ ਸੈਂਟਰ ਅਤੇ ਪੰਜਾਬੀ ਰੇਡੀਓ USA ਨੇ ਹਮੇਸ਼ਾ ਹੀ ਇਹ ਉਪਰਾਲਾ ਕੀਤਾ ਹੈ, ਕੋਸ਼ਿਸ਼ ਕੀਤੀ ਆ ਵੀ ਆਪਾਂ ਆਪਣੇ ਸੱਭਿਆਚਾਰ ਦੇ ਨਾਲ, ਆਪਣੇ ਧਰਮ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੁੜਦੇ ਰਹੀਏ, ਚਾਹੇ ਉਹ ਗੱਲਾਂ ਬਾਤਾਂ ਦੇ ਨਾਲ ਆ, ਚਾਹੇ ਉਹ ਇਤਿਹਾਸ ਦੀਆਂ ਗੱਲਾਂ ਦੇ ਨਾਲ ਆ, ਚਾਹੇ ਚਲੰਤ ਮੁੱਦੇ ਹੁੰਦੇ ਆ। ਅਤੇ ਇੱਕ ਜਿਹੜਾ ਹੋਰ ਐਂਗਲ ਹਮੇਸ਼ਾ ਹੀ ਜਿਹੜਾ ਕਿਤੇ ਨਾ ਕਿਤੇ ਮਿਸ ਹੋ ਜਾਂਦਾ ਆ, ਉਹ ਕਲਾ ਦਾ ਐਂਗਲ ਰਹਿੰਦਾ ਆ। ਪਰ ਕੋਸ਼ਿਸ਼ ਰਹੀ ਆ ਸਰਦਾਰ ਹਰਜੋਤ ਸਿੰਘ ਖਾਲਸਾ ਜੀ, ਬਲਵਿੰਦਰ ਕੌਰ ਖਾਲਸਾ ਜੀ, ਇਹਨਾਂ ਦੀ ਸਰਪ੍ਰਸਤੀ ਹੇਠ, ਇਹਨਾਂ ਦੇ ਆਸ਼ੀਰਵਾਦ ਦੇ ਨਾਲ ਇਹਨਾਂ ਨੇ ਹਮੇਸ਼ਾ ਹੀ ਇਹ ਉਪਰਾਲੇ ਕੀਤੇ ਆ ਵੀ ਆਪਾਂ ਇਸ ਥਾਂ ਨੂੰ, ਇਸ ਇੰਸਟੀਟਿਊਸ਼ਨ ਨੂੰ, ਇਸ ਆਰਗੇਨਾਈਜੇਸ਼ਨ ਨੂੰ ਇਸ ਤਰੀਕੇ ਦੇ ਨਾਲ ਚੌਂਸ਼ ਫੇਰਿਓਂ ਉਸ ਵੱਲ ਨੂੰ, ਉਸ ਮਿਸ਼ਨ ਵੱਲ ਨੂੰ ਆਪਾਂ ਵਧੀਏ ਵੀ ਆਪਾਂ ਆਪਣੇ ਇਤਿਹਾਸ ਦੇ ਨਾਲ ਤਾਂ ਜਿੱਥੇ ਜੁੜਨਾ ਹੀ ਜੁੜਨਾ ਆ, ਉਹਦੇ ਵਿੱਚ ਜਿਹੜਾ ਕਲਾ ਦਾ ਇੱਕ ਅਹਿਮ ਯੋਗਦਾਨ ਆ, ਉਸ ਦੀ ਮਹੱਤਤਾ ਆ, ਉਸ ਨੂੰ ਵੀ ਇਹਨਾਂ ਕੈਂਪਾਂ ਦੇ ਜ਼ਰੀਏ, ਇਹਨਾਂ ਐਗਜ਼ੀਬਿਸ਼ਨਸ ਦੇ ਜ਼ਰੀਏ ਕੋਸ਼ਿਸ਼ ਕਰੀਏ। ਸਿੱਖ ਸਪੇਸ ਦੇ ਵਿੱਚ ਆਰਟ ਬਹੁਤ ਚਿਰ ਤੋਂ ਆ, ਸ਼ੁਰੂ ਤੋਂ ਹੀ ਆ, ਇਹ ਨਹੀਂ ਆ ਵੀ ਇੰਨੀ ਆ। ਜਦੋਂ ਆਪਾਂ ਜਨਮ ਸਾਖੀਆਂ ਵੀ ਦੇਖਦੇ ਹਾਂ, ਉਹਦੇ ਵਿੱਚ ਵੀ ਸਿੱਖ ਆਰਟ ਆਪਾਂ ਜਿਹੜੀ ਉਹ ਦੇਖਦੇ ਹਾਂ, ਉਹਦੇ ਵਿੱਚ ਵੀ ਤਸਵੀਰਾਂ ਦੇ ਜ਼ਰੀਏ, ਚਿੱਤਰਾਂ ਦੇ ਜ਼ਰੀਏ ਇਹ ਸਿੱਖ ਆਰਟ ਆ। ਪਰ ਆਪਣੇ ਉੱਤੇ ਭਾਰ ਕਈ ਵਾਰੀ ਇੱਦਾਂ ਦੇ ਆ, ਆਪਾਂ ਹੋਰ ਬਹੁਤ ਸਾਰੇ ਚੀਜ਼ਾਂ ਦੇ ਵਿੱਚ ਰੁੱਝੇ ਆ, ਇਹਨੂੰ ਆਪਾਂ ਲਾਂਭੇ ਕਰ ਦਿੱਤਾ, ਥੋੜ੍ਹਾ ਸਾਈਡ 'ਤੇ ਕਰ ਦਿੱਤਾ। ਪਰ ਕੋਸ਼ਿਸ਼ ਇਹਨਾਂ ਦੇ ਇਸ ਉਪਰਾਲੇ ਨੂੰ ਇਹ ਫਲ ਲੱਗ ਰਿਹਾ ਵੀ ਅੱਜ ਜਿੱਦਾਂ ਆਪਾਂ ਦੇਖ ਰਹੇ ਹਾਂ ਵੀ ਤਕਰੀਬਨ 40 ਬੱਚੇ, ਉਹਨਾਂ ਦੇ ਸਾਰੇ ਮਾਪੇ, ਉਹਨਾਂ ਦੇ ਜਿਹੜੇ ਪੂਰੀਆਂ ਫੈਮਲੀਜ਼ ਆ, ਉਹ ਇੱਥੇ ਪਹੁੰਚੀਆਂ ਆ, ਉਹਨਾਂ ਨੇ ਇਸ ਕੈਂਪ ਦੇ ਵਿੱਚ ਹਿੱਸਾ ਲਿਆ ਆ। ਸ਼ੁਰੂਆਤ ਜਿਹੜੀ ਆਪਾਂ ਕੀਤੀ ਸੀ ਮਰਹੂਮ ਸਰਦਾਰ ਜਰਨੈਲ ਸਿੰਘ ਜਿਹੜੇ ਆਰਟਿਸਟ ਆ, ਉਹਨਾਂ ਦੇ ਨਾਲ ਪਹਿਲੀ ਵਾਰੀ ਆਰਟ ਕੈਂਪ ਤੇ ਆਰਟ ਐਗਜ਼ੀਬਿਸ਼ਨ ਉਹਨਾਂ ਦੀ ਪੇਂਟਿੰਗਸ ਦੀ ਲਾਈ ਸੀ। ਅੱਜ ਉਹਨਾਂ ਨੂੰ ਆਪਾਂ ਯਾਦ ਵੀ ਕਰਦੇ ਹਾਂ, ਉਹਨਾਂ ਨੂੰ ਸ਼ਰਧਾਂਜਲੀ ਵੀ ਭੇਟ ਕਰਦੇ। ਉਹ ਅੱਜ ਇਸ ਦੁਨੀਆ 'ਚ ਉੱਦਾਂ ਨਹੀਂ ਰਹੇ, ਪਰ ਇਸ ਥਾਂ ਦੇ ਉੱਤੇ ਆਰਟ ਦਾ, ਕਲਾ ਦਾ ਜਿਹੜਾ ਕਹਿ ਸਕਦੇ ਹਾਂ ਵੀ ਜਿਹੜੀ ਉਹ ਫਲੇਮ ਆ, ਜਿਹੜੀ ਉਹ ਇਗਨਾਈਟ ਕੀਤੀ ਆ, ਜਿਹੜੀ ਉਹ ਰੌਸ਼ਨੀ ਉਹਨਾਂ ਨੇ ਕੀਤੀ ਆ, ਵੀ ਉਹਨਾਂ ਦੇ ਸਦਕਾ ਸੀ ਅੱਜ ਆਪਾਂ ਉਹਨਾਂ ਨੂੰ ਨਾਲ ਨਾਲ ਯਾਦ ਵੀ ਕਰਦੇ ਹਾਂ। ਉਹਨਾਂ ਦੀ ਵੀ ਸਿੱਖ ਕਲਾ ਦੇ ਵਿੱਚ ਬਹੁਤ ਅਹਿਮ ਸਥਾਨ ਆ। ਉਸ ਤੋਂ ਬਾਅਦ ਦੇ ਵਿੱਚ ਆਪਣੀ ਸਰਦਾਰ ਪਰਮ ਸਿੰਘ ਹੁਣਾਂ ਦੇ ਨਾਲ ਮੁਲਾਕਾਤ ਹੁੰਦੀ ਆ। ਇਹ ਕੈਨੇਡਾ ਬੇਸਡ, ਕੈਲਗਰੀ ਬੇਸਡ ਸਿੱਖ ਆਰਟਿਸਟ ਨੇ। 18ਵੀਂ ਸਦੀ ਦੇ ਜਿਹੜੇ ਸਿੱਖ ਇਤਿਹਾਸ ਦੇ ਉੱਤੇ ਬਹੁਤ ਜ਼ਿਆਦਾ ਇਹਨਾਂ ਨੇ ਕੰਮ ਕੀਤਾ ਆ, ਕਰ ਰਹੇ ਆ। ਨਾਲ ਦੇ ਨਾਲ ਤੁਸੀਂ ਆਲੇ ਦੁਆਲੇ ਜਿਹੜੀਆਂ ਤਸਵੀਰਾਂ ਦੇਖ ਰਹੇ ਆ, ਇਹ ਪੇਂਟਿੰਗਸ ਦੇਖ ਰਹੇ ਆ, ਬਹੁਤ ਸਾਰੇ ਉਹਨਾਂ ਸਾਖੀਆਂ ਦੇ ਨਾਲ ਜੁੜੀਆਂ ਹੋਈਆਂ ਇਹ ਪੇਂਟਿੰਗਸ ਆ ਜੋ ਇਤਿਹਾਸ ਦਾ ਵਰਣਨ ਕਰਦੀਆਂ ਆ। ਹਰ ਇੱਕ ਪੇਂਟਿੰਗ ਦੇ ਨਾਲ ਇੱਕ ਸਾਖੀ ਜੁੜੀ ਹੋਈ ਆ। ਸੋ ਉਹਦੇ ਬਾਰੇ ਵੀ ਇਹ ਬਾਅਦ ਦੇ ਵਿੱਚ ਜਿਹੜਾ ਉਹ ਦੱਸਣਗੇ। ਸੋ ਉਹਨਾਂ ਦਾ ਅਸੀਂ ਵਿਸ਼ੇਸ਼ ਧੰਨਵਾਦ ਕਰਦੇ ਹਾਂ ਸਰਦਾਰ ਪਰਮ ਸਿੰਘ ਹੋਣਾ ਦਾ, ਵੀ ਉਹ ਆਪਣੇ ਰੁਝੇਵੇਂ ਦੇ ਵਿੱਚੋਂ ਹਰ ਸਾਲ ਤਕਰੀਬਨ ਇੱਕ ਹਫ਼ਤਾ ਜਾਂ ਉਸ ਤੋਂ ਵੱਧ ਦਾ ਵਕਤ ਇੰਨੀ ਦੂਰ ਆਉਂਦੇ ਆ, ਪਰਿਵਾਰ ਦੇ ਨਾਲੋਂ ਦੂਰ ਰਹਿੰਦੇ ਆ, ਛੋਟੇ ਉਹਨਾਂ ਦੇ ਬੱਚੇ ਆ, ਪਰ ਫਿਰ ਵੀ ਤੁਹਾਡੇ ਸਾਰਿਆਂ ਦੇ ਲਈ, ਤੁਹਾਡੇ ਬੱਚਿਆਂ ਦੇ ਲਈ ਉਹ ਆ ਕੇ ਤੁਹਾਨੂੰ ਕਲਾ ਦੇ ਨਾਲ ਜੋੜਨ ਦੀ ਜਿਹੜੀ ਉਹ ਕੋਸ਼ਿਸ਼
ਕਰ ਰਹੇ ਆ। ਸੋ ਉਹਨਾਂ ਦਾ ਅਸੀਂ ਵਿਸ਼ੇਸ਼ ਤੌਰ ਦੇ ਉੱਤੇ ਧੰਨਵਾਦ ਕਰਦੇ ਹਾਂ। ਧੰਨਵਾਦ ਸਰਦਾਰ ਪਰਮ ਸਿੰਘ ਜੀ। ਅਤੇ ਹੁਣ ਮੈਂ ਜੀ ਜ਼ਰੂਰ ਜ਼ੋਰਦਾਰ ਤਾੜੀਆਂ। ਸੋ ਗੱਲਬਾਤ ਨੂੰ ਆਪਾਂ ਜਾਰੀ ਰੱਖਾਂਗੇ। ਮੈਂ ਬੇਨਤੀ ਕਰੂੰਗਾ ਅਰਸ਼ਦੀਪ ਸਿੰਘ ਹੁਣਾਂ ਨੂੰ ਵੀ ਉਹ ਆਉਣਗੇ ਅਤੇ ਕੁਛ ਬੋਲ ਆਪਣੇ ਨਾਲ ਸਾਂਝੇ ਕਰਨਗੇ। ਇਹ ਵੀ ਦੱਸਦੇ ਜਾਈਏ ਪੰਜਾਬੀ ਅਮਰੀਕਨ ਗਰੋਵਰਜ਼ ਗਰੁੱਪ ਦੇ ਨਾਲ ਜੁੜੇ ਹੋਏ ਆ। ਇਹਨਾਂ ਦੇ ਵਿੱਚ ਵੀ ਜਿਹੜੀ ਸਿੱਖੀ ਦੇ ਪ੍ਰਤੀ ਅਤੇ ਕਲਚਰ ਦੇ ਪ੍ਰਤੀ ਬੜੀ ਡੂੰਘੀ ਚਿੰਤਾ ਆ। ਉਹ ਕੰਮ ਕਰਦੇ ਆ। ਪੰਜਾਬੀਆਂ ਦੇ ਲਈ ਇਹਨਾਂ ਨੇ ਕਿਸਾਨੀ ਦੀ ਜਿਹੜੀ ਆਰਗੇਨਾਈਜੇਸ਼ਨ ਆ ਉਹ ਤਿਆਰ ਕੀਤੀ ਆ। ਬਹੁਤ ਅਣਥੱਕ ਮਿਹਨਤ ਕਰਕੇ ਕੀਤੀ ਆ। ਐਮਾਜ਼ੋਨ ਦੇ ਵਿੱਚ ਵੱਡੇ ਪੱਧਰ ਦਾ ਇੰਜੀਨੀਅਰ ਸੀਗਾ, ਪਰ ਇਹ ਛੱਡ ਕੇ ਖੇਤੀਬਾੜੀ ਕਰਨ ਲੱਗ ਗਿਆ। ਸੋ ਉਹ ਜਿਹੜੀ ਇਸ ਦੇ ਅੰਦਰ ਜਿਹੜੀ ਚਿਣਗ ਆ, ਅਤੇ ਨਾਲ ਹੁਣ ਤਾਂ ਆਪਾਂ ਅਰਸ਼ਦੀਪ ਸਿੰਘ ਇੱਕ ਕਿਤਾਬਨਾਮਾ ਪ੍ਰੋਗਰਾਮ ਵੀ ਕਰਦੇ ਹਾਂ, ਕਿਤਾਬਾਂ ਦੇ ਬਾਰੇ ਵੀ ਗੱਲਬਾਤ ਕਰਦੇ ਹਾਂ। ਸੋ ਮੈਂ ਬੇਨਤੀ ਕਰੂੰਗਾ ਅਰਸ਼ਦੀਪ ਸਿੰਘ ਹੋਣਾ ਨੂੰ ਵੀ ਉਹ ਆਉਣ ਅਤੇ ਅੱਜ ਦੇ ਇਸ ਸਮਾਗਮ ਦੇ ਬਾਰੇ ਕੁਝ ਗੱਲਬਾਤ ਕਰਨ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ, ਜਿਹੜਾ ਜਿਵੇਂ ਕਿ ਰਾਜਕਰ ਨੇ ਕਿਹਾ ਨਾ ਵੀ ਇੰਜੀਨੀਅਰ ਸੀ, ਹੈ ਨਾ, ਅਤੇ ਜਿਹੜਾ ਹੁਣ ਸਮਾਂ ਆ ਰਿਹਾ ਆਪਾਂ ਨੂੰ ਇਹਦੇ ਕੰਨੀ ਧਿਆਨ ਦੇਣਾ ਚਾਹੀਦਾ। ਦੋ ਚੀਜ਼ਾਂ ਮੈਨੂੰ ਲੱਗਦਾ ਵੀ ਬਹੁਤ ਜ਼ਿਆਦਾ ਮਹੱਤਵਪੂਰਨ ਹੁੰਦੀਆਂ ਬੰਦੇ ਦੀ ਜ਼ਿੰਦਗੀ 'ਚ। ਇੱਕ ਸਾਡਾ ਇਤਿਹਾਸ ਕੀ ਸੀ, ਹਿਸਟਰੀ, ਅਤੇ ਇੱਕ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਣਾ, ਹੈ ਨਾ। ਇਤਿਹਾਸ 'ਤੇ ਪਰਮ ਸਿੰਘ ਹੁਣੀ ਕੰਮ ਕਰਦੇ ਆ। ਆਪਾਂ ਦੇਖਿਆ 18ਵੀਂ ਸਦੀ ਦੀ ਹੈ, ਇਹਨਾਂ ਨੇ ਸਿੱਖ ਹਿਸਟਰੀ 'ਤੇ ਬਹੁਤ ਕੰਮ ਕੀਤਾ, ਹੈ ਨਾ। ਮੈਨੂੰ 10-12 ਸਾਲ ਹੋ ਗਏ ਪਰਮ ਸਿੰਘ ਨੂੰ ਜਾਣਦੇ ਨੂੰ, ਹੈ ਨਾ, ਅਤੇ ਸਾਡਾ ਬਹੁਤ ਨੇੜੇ ਦਾ ਰਿਸ਼ਤਾ, ਮਿਲਦੇ ਵੀ ਰਹਿੰਦੇ ਹਾਂ ਸਾਲ 'ਚ 3-4 ਵਾਰੀ। ਅਤੇ ਜਿਹੜੀ ਚੀਜ਼ ਆਮ ਬੰਦੇ ਨੂੰ, ਮੈਂ ਆਪ ਵੀ ਉਹਨਾਂ 'ਚ ਹੀ ਆਉਣਾ, ਵੀ ਪੜ੍ਹ ਕੇ ਨਹੀਂ ਸਮਝ ਆਉਂਦੀ, ਉਹ ਕਿਸੇ ਵੀ ਪੇਂਟਿੰਗ ਤੋਂ ਸਮਝ ਆ ਜਾਂਦੀ ਬਹੁਤ ਛੇਤੀ, ਹੈ ਨਾ। ਸੋ ਹਰੇਕ ਬੰਦੇ ਦਾ ਅੱਡ-ਅੱਡ ਤਰੀਕਾ ਹੁੰਦਾ ਸਮਝਣ ਦਾ। ਸੋ ਮੈਨੂੰ ਲੱਗਦਾ ਵੀ ਜਿਹੜੇ ਹਿਸਟਰੀ ਵਾਲਾ ਪਾਰਟ ਆ ਉਹ ਆਪਾਂ ਨੂੰ ਪੇਂਟਿੰਗ ਤੋਂ ਸਿੱਖਣ ਨੂੰ ਮਿਲਦਾ, ਜਿਹੜਾ ਇਹਨਾਂ ਨੇ ਕੰਮ ਕੀਤਾ। ਜਿਹੜੀ ਅੱਜ ਕੱਲ੍ਹ ਮੈਂ 2 ਮਿੰਟ ਲੈਣੇ ਆ, ਉਹ ਹੈਗਾ ਵੀ ਆਉਣ ਵਾਲੇ ਸਮੇਂ 'ਤੇ। ਮੈਂ ਖੇਤੀ 'ਚ ਕੰਮ ਕੀਤਾ, ਪਹਿਲਾਂ ਆਟੋਮੇਸ਼ਨ 'ਤੇ ਵੀ ਬਹੁਤ ਕੰਮ ਕੀਤਾ, ਐਮਾਜ਼ੋਨ ਲਈ, ਹੋਰ 1-2 ਵੱਡੀਆਂ ਕੰਪਨੀਆਂ ਲਈ ਵੀ, ਹੈ ਨਾ। ਆਉਣ ਵਾਲਾ ਸਮਾਂ ਜੀ ਬਹੁਤ ਹੀ ਜ਼ਿਆਦਾ ਮੈਨੂੰ ਤਾਂ ਲੱਗਦਾ ਹੁੰਦਾ ਵੀ ਖਤਰਨਾਕ ਆ। ਉਹਦਾ ਕਾਰਨ ਇਹ ਆ ਵੀ ਮਸ਼ੀਨ ਨੇ ਬਹੁਤ ਚੀਜ਼ਾਂ ਕਰਨੀਆਂ ਨੇ ਆਪਣੇ ਆਉਣ ਵਾਲੇ ਸਮੇਂ 'ਚ। ਅਤੇ ਜਿਵੇਂ ਅੱਗੇ ਪੰਜਾਬ ਦੇ ਪਿੰਡਾਂ 'ਚ ਆਪਾਂ ਰਹਿੰਦੇ ਸੀਗੇ, ਪਤਾ ਹੁੰਦਾ ਸੀਗਾ ਵੀ ਪਰਿਵਾਰਾਂ 'ਚ ਜਦੋਂ ਬੱਚੇ ਜਨਮ ਲੈਂਦੇ ਸੀਗੇ, ਵੱਧ ਤੋਂ ਵੱਧ ਮਾੜਾ ਮੋਟਾ ਕੋਈ ਪੜ੍ਹ ਕੇ ਨੌਕਰੀ ਕਰ ਲੂ, ਨਹੀਂ ਖੇਤੀ ਕਰ ਲੂਗਾ। ਉਹੋ ਜਿਹੀ ਕੋਈ ਵੀ ਚੀਜ਼ ਆਉਣ ਵਾਲੇ ਸਮੇਂ 'ਚ ਨਹੀਂ ਹੋਣੀ ਗੀ, ਹੈ ਨਾ। ਉਹਦੇ ਲਈ ਜਿਹੜਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਆ ਵੀ ਬੱਚੇ ਦੇ ਵਿੱਚ, ਜਾਂ ਜਿਹੜਾ ਵੀ ਜਿਹਨੇ ਕੱਲ੍ਹ ਨੂੰ ਵੱਡੇ ਹੋਣਾ ਜਵਾਕਾਂ ਨੇ, ਉਹਨਾਂ 'ਚ ਕੋਈ ਇਹੋ ਜਿਹੀ ਕਲਾ ਹੈਗੀ ਆ ਜਿਹੜੀ ਉਹਨੂੰ ਆਉਣ ਵਾਲੇ ਸਮੇਂ 'ਚ ਬਚਾਊਗੀ। ਉਹਦੇ 'ਚ ਉਹਨਾਂ ਨੂੰ ਅੰਦਰੋਂ ਬਹੁਤ ਜ਼ਿਆਦਾ ਸਟਰੋਂਗ ਹੋਣ ਦੀ ਲੋੜ ਆ। ਆਪਣੇ ਜਿਹੜੀ ਸੌਫਟ ਸਕਿੱਲ ਕਹਿੰਦੇ ਆਪਾਂ ਅੰਗਰੇਜ਼ੀ 'ਚ, ਜਾਂ ਸੂਖਮ ਕਲਾ, ਇਹਨਾਂ ਚੀਜ਼ਾਂ ਨੇ ਆਉਣ ਵਾਲੇ ਸਮੇਂ 'ਚ ਲੋਕਾਂ ਨੂੰ, ਜਿਹੜੇ ਆਮ ਬੰਦੇ ਨਾਲੋਂ ਅੱਡ ਕਰਨਾ। ਕਿਉਂਕਿ ਜਿਹੜਾ ਆਪਾਂ ਕੰਮ ਕਰਦੇ ਆ, ਇੰਜੀਨੀਅਰ ਸੀ ਮੈਂ ਜਾਂ ਕੋਈ ਡਾਕਟਰ ਆ, ਉਹ ਤਾਂ ਜ਼ਿਆਦਾ ਕੰਮ ਮਸ਼ੀਨ ਨਹੀਂ ਕਰ ਦੇਣੇ ਆਉਣ ਵਾਲੇ ਸਮੇਂ 'ਚ। ਜਦੋਂ ਮੈਂ ਇੰਜੀਨੀਅਰਿੰਗ ਕੀਤੀ ਆ, ਉਹ ਅੱਜ ਤੋਂ 20-25 ਸਾਲ ਪਹਿਲਾਂ, ਉਦੋਂ ਸਭ ਤੋਂ ਜ਼ਿਆਦਾ ਡਿਮਾਂਡ ਕੰਪਿਊਟਰ ਇੰਜੀਨੀਅਰਿੰਗ ਦੀ ਸੀ। ਅੱਜ ਸਭ ਤੋਂ ਘੱਟ ਆ। ਉਹਦਾ ਕਾਰਨ ਇਹ ਆ ਵੀ AI ਨੇ ਉਹ ਸਾਰੀਆਂ ਜੋਬਾਂ ਕਰ ਲਈਆਂ, ਹੈ ਨਾ। ਸੋ ਆਉਣ ਵਾਲੇ ਸਮੇਂ 'ਚ ਵੀ ਬਹੁਤ ਸਮਾਂ ਬਦਲਣਾ। ਸੋ ਉਹਦੇ ਲਈ ਜੇ ਬੱਚੇ, ਪੇਂਟਿੰਗ ਇੱਕ ਮਾਧਿਅਮ ਆ ਮੈਨੂੰ ਲੱਗਦਾ ਹੁੰਦਾ ਜਿੱਥੇ ਆਪਾਂ ਪੇਸ਼ੈਂਸ ਸਿੱਖਦੇ ਹਾਂ। ਜਿਹੜੀ ਚੀਜ਼ ਬਣਨੀ ਆ ਹੌਲੀ ਹੌਲੀ ਵੀ ਬਣਨੀ ਹੈ ਨਾ। ਸੰਜਮ ਆਉਂਦਾ, ਗਲਤੀਆਂ ਕਰਦੇ ਆ, ਫਿਰ ਉਹ ਸਿੱਖਦੇ ਆ। ਮੈਂ ਖੇਤੀ ਕਰਦਾ, ਮੈਨੂੰ ਲੱਗਦਾ ਖੇਤੀ 'ਚ ਵੀ ਐਂ ਹੁੰਦਾ ਵੀ ਸਾਲ ਬਾਅਦ ਹੀ ਫਸਲ ਲੱਗਣੀ ਆ, ਜਿੰਨਾ ਮਰਜ਼ੀ ਜ਼ੋਰ ਲਾ ਲਈਏ ਅਸੀਂ, ਹੈ ਨਾ। ਸੋ ਇਹ ਚੀਜ਼ਾਂ ਨੇ, ਇਹ ਕੁਆਲਿਟੀਜ਼ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਬਹੁਤ ਸਾਥ ਦੇਣਾ। ਸੋ ਬੇਨਤੀ ਤੁਹਾਨੂੰ ਸਾਰੇ ਮਾਪਿਆਂ ਨੂੰ ਇਹੀ ਹੈ ਵੀ ਜੇ ਕੋਈ ਬੱਚਾ ਇਹ ਸਿੱਖਣਾ ਚਾਹੁੰਦਾ ਪ੍ਰੋਫੈਸ਼ਨ ਲਈ ਵੀ, ਤਾਂ ਉਹਦੇ ਲਈ ਵਧੀਆ ਗੱਲ ਆ। ਨਹੀਂ, ਘੱਟੋ ਘੱਟ ਇਹਨਾਂ ਨੂੰ ਸਿਖਾਓ ਜ਼ਰੂਰ, ਇਹਨਾਂ ਨੂੰ ਮੌਕਾ ਦਿਓ ਇਸ ਪ੍ਰੋਸੈਸ 'ਚ ਜਾਣ ਦਾ। ਇਹਨਾਂ ਦੇ ਜਿਹੜੀ ਆਪਦੀ ਪਰਸਨੈਲਿਟੀ 'ਤੇ ਬਹੁਤ ਜ਼ਿਆਦਾ ਫਰਕ ਪੈਣਾ ਆਉਣ ਵਾਲੇ ਸਮੇਂ, ਹੈ ਨਾ। ਬਾਕੀ ਮੈਂ ਇੱਕ ਬੜਾ ਐਕਸਪਰਟ ਤਾਂ ਨਹੀਂ ਹੈਗਾ। ਸੋ ਇੰਨੀਆਂ ਕੀ ਗੱਲਾਂ ਸੀਗੀਆਂ, ਅਤੇ ਅਗਲਾ ਪ੍ਰੋਗਰਾਮ ਰਾਜਕਰਨ ਜੀ ਦੱਸਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਅਰਸ਼ਦੀਪ ਸਿੰਘ ਹੋਣਾ ਦਾ। ਸੋ ਬੜੀ ਇੰਪੋਰਟੈਂਟ ਗੱਲ ਇਹਨਾਂ ਨੇ ਜਿਹੜੀ ਉਹ ਕੀਤੀ ਆ ਵੀ ਆਉਣ ਵਾਲਾ ਜਿਹੜਾ ਸਮਾਂ ਆ ਉਹਨਾਂ ਲੋਕਾਂ ਦਾ ਆ, ਉਹਨਾਂ ਹਿਊਮਨਸ ਦਾ ਆ, ਉਹਨਾਂ ਇਨਸਾਨਾਂ ਦਾ ਆ ਜਿਨ੍ਹਾਂ ਦੇ ਅੰਦਰ ਕ੍ਰੀਏਟੀਵਿਟੀ ਆ। ਜਿੱਦਾਂ ਇਹਨਾਂ ਨੇ ਗੱਲ ਕੀਤੀ ਵੀ AI, ਮਸ਼ੀਨ, ਰੋਬੋਟਿਕਸ, ਇਹ ਸਾਰਾ ਕੁਝ ਹੁਣ ਬਹੁਤ ਜ਼ਿਆਦਾ ਆਮ ਆ। ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਤੱਕ ਇਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਇਸ ਦੇ ਉੱਤੇ ਅਸਰ ਜਿਹੜਾ ਉਹ ਪਾਉਣਾ ਆ।
ਅਕਸਰ ਆਪਾਂ ਜਦੋਂ ਰੇਡੀਓ ਤੇ ਵੀ ਸ਼ੋਅ ਕਰਦੇ ਆ ਜਾਂ ਗੱਲਬਾਤ ਕਰਦੇ ਆ, ਸਾਰਿਆਂ ਦੀ ਇਹ ਗੱਲ ਹੁੰਦੀ ਹੈ ਵੀ ਬੱਚਿਆਂ ਨੂੰ ਸਮਾਂ ਦੇਣਾ ਚਾਹੀਦਾ। ਸੋ ਇਹ ਜਿਹੜਾ ਤੁਸੀਂ ਸਮਾਂ ਕੱਢ ਕੇ ਲੈ ਕੇ ਆਉਂਦੇ ਆ, ਛੱਡ ਕੇ ਜਾਂਦੇ ਆ, ਫਿਰ ਲੈ ਕੇ ਜਾਂਦੇ ਆ, ਇਹ ਤੁਹਾਡੇ ਲਈ ਸ਼ਾਬਾਸ਼ੀ ਆ। ਪਹਿਲਾਂ ਆਪਣੇ ਲਈ ਵੀ ਸਾਰੇ ਜਾਣੇ ਜਿੰਨੇ ਵੀ ਮਾਪੇ ਹੋ ਤਾੜੀਆਂ ਮਾਰੋ ਇੱਕ ਦੂਜੇ। ਸੋ ਜੇ ਤੁਸੀਂ ਉਪਰਾਲਾ ਨਹੀਂ ਕਰੋਗੇ ਤਾਂ ਬੱਚੇ ਅਜਿਹੇ ਕੈਂਪਾਂ ਦੇ ਵਿੱਚ, ਅਜਿਹੀਆਂ ਐਗਜ਼ੀਬਿਸ਼ਨਾਂ ਦੇ ਵਿੱਚ ਨਹੀਂ ਆ ਸਕਣਗੇ, ਸਿੱਖ ਨਹੀਂ ਸਕਣਗੇ। ਸੋ ਇਹ ਤੁਹਾਡੀ ਸ਼ਾਬਾਸ਼ੀ ਆ ਵੀ ਬੱਚਿਆਂ ਨੂੰ ਹੱਲਾਸ਼ੇਰੀ ਤੁਸੀਂ ਇਸ ਤਰੀਕੇ ਦੇ ਨਾਲ ਜਿਹੜੀ ਉਹ ਦੇ ਰਹੇ ਆ। ਅਕਸਰ ਇੱਥੇ ਇਹ ਵੀ ਕੰਪਲੇਂਟ ਹੁੰਦੀ ਆ ਵੀ ਆਪਾਂ ਨਾ ਡਾਲਰਾਂ ਪਿੱਛੇ ਭੱਜਦੇ ਬਹੁਤ ਜ਼ਿਆਦਾ ਆ। ਚਲੋ ਉਸ ਗੱਲ 'ਚ ਸੱਚਾਈ ਵੀ ਹੈਗੀ ਆ, ਉਹਦੇ ਵਿੱਚ ਝੂਠ ਵੀ ਨਹੀਂ ਆ, ਪਰ ਇਹ ਵੀ ਬੱਚਿਆਂ ਦੇ ਉੱਤੇ ਜਿਹੜਾ ਉਹ ਜ਼ੋਰ ਲਾਉਣਾ ਉਹ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ। ਤਾਂ ਤੁਸੀਂ ਉਹ ਸਾਰੇ ਜਾਣੇ ਇਹ ਕੰਮ ਦੇ ਉੱਤੇ ਲੱਗੇ ਹੋਏ ਹੋ, ਬੜੀ ਅਣਥੱਕ ਮਿਹਨਤ ਦੇ ਨਾਲ ਤੁਸੀਂ ਲੱਗੇ ਹੋਏ ਹੋ ਅਤੇ ਤੁਸੀਂ ਇੱਥੇ ਪਹੁੰਚੇ ਆ, ਇਸ ਦੇ ਲਈ ਤੁਹਾਡਾ ਫਿਰ ਧੰਨਵਾਦ ਕਰਦੇ ਹਾਂ। ਅਤੇ ਮੈਂ ਹੁਣ ਬੇਨਤੀ ਕਰਦਾ ਹਾਂ ਪੰਜਾਬੀ ਰੇਡੀਓ USA ਦੇ ਹੋਸਟ ਪ੍ਰਵੀਨ ਸ਼ਰਮਾ ਹੋਣਾ ਨੂੰ ਵੀ ਉਹ ਵੀ ਆਉਣ ਇੱਥੇ ਅਤੇ ਆ ਕੇ ਕੁਛ ਪਲ ਜਿਹੜੇ ਆ, ਕੁਛ ਵਿਚਾਰ ਜਿਹੜੇ ਆ, ਕੁਛ ਮਿੰਟ ਆ ਕੇ ਸ਼ੇਅਰ ਕਰਨ। ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰ ਸੈਂਟਰ ਦੇ ਸਾਂਝੇ ਸੱਦੇ ਤੇ ਤੁਸੀਂ ਸਾਰੇ ਆਏ ਹੋ, ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਸੋਹਣੀਆਂ ਗੱਲਾਂ ਹੋ ਚੁੱਕੀਆਂ ਨੇ ਤੇ ਆਪਾਂ ਕਿਉਂਕਿ ਬੁਲਾਰੇ ਵੀ ਬਹੁਤ ਆ ਤੇ ਆਪਣਾ ਪ੍ਰੋਗਰਾਮ ਵੀ ਕਾਫੀ ਲੰਬਾ, ਤੇ ਇੰਨਾ ਮੈਂ ਜ਼ਰੂਰ ਕਹੂੰਗਾ ਜਿਵੇਂ ਰਾਜ ਕਰਮਵੀਰ ਸਿੰਘ ਜੀ ਨੇ ਜ਼ਿਕਰ ਕੀਤਾ ਸੀਗਾ ਸਿੱਖ ਇਤਿਹਾਸ ਦੇ ਵਿੱਚ ਤਸਵੀਰਾਂ ਦਾ, ਪੇਂਟਿੰਗਸ ਦਾ, ਚਿੱਤਰਕਾਰੀ ਦਾ, ਸਾਖੀਆਂ ਦੇ ਵਿੱਚ ਆਪਾਂ ਨੂੰ ਜ਼ਿਕਰ ਮਿਲਦਾ। ਠੀਕ ਉਸੇ ਤਰੀਕੇ ਨਾਲ ਜਿਵੇਂ ਜ਼ਿਕਰ ਕੀਤਾ ਸੀਗਾ ਅਰਸ਼ ਹੋਰਾਂ ਨੇ ਕਿ ਬਈ ਆਉਣ ਵਾਲੇ ਸਮੇਂ ਦੇ ਵਿੱਚ, ਪਰ ਇੱਕ ਹੋਰ ਸੁਨੇਹਾ ਮੈਂ ਤੁਹਾਡਾ ਸਾਰਿਆਂ ਨਾਲ ਸਾਂਝਾ ਕਰਨਾ ਚਾਹੁੰਦਾ। ਸਿਆਣੇ ਕਹਿੰਦੇ ਵੀ ਕਲਾ ਦਾ ਕੋਈ ਮੁੱਲ ਹੀ ਨਹੀਂ ਹੈਗਾ, ਕਲਾ ਦਾ ਕੋਈ ਮੁੱਲ ਨਹੀਂ, ਪਰ ਫਿਰ ਵੀ ਆਪਾਂ ਜਿੰਨੇ ਜਾਣੇ ਆਏ ਆ, ਆਪਣਾ ਇਹ ਸਾਰਿਆਂ ਦਾ ਫਰਜ਼ ਬਣਦਾ ਕਿ ਆਪਣਾ ਬੱਚਾ ਆਪਾਂ ਮੌਲ 'ਚ ਜਾਂਦੇ ਹਾਂ, ਜਿਹੜੀ ਚੀਜ਼ 'ਤੇ ਹੱਥ ਰੱਖ ਦਿੰਦਾ ਆਪਾਂ ਲੈ ਦਿੰਦੇ ਹਾਂ, ਅਣਸਰਦੇ ਨੂੰ ਵੀ ਲੈ ਦਿੰਦੇ ਹਾਂ ਕਈ ਵਾਰੀ ਕਿ ਚੱਲ ਯਾਰ ਬੱਚੇ ਨੇ ਜ਼ਿੱਦ ਕੀਤੀ ਆ। ਪਰ ਜਿੰਨੇ ਜਾਣੇ ਵੀ ਤੁਸੀਂ ਆਏ ਆ, ਆਪਾਂ ਇਸ ਪ੍ਰੋਗਰਾਮ ਨੂੰ ਤਾਂ ਸੋਹਣਾ ਬਣਾਉਣਾ ਹੀ ਬਣਾਉਣਾ, ਪਰ ਆਪਾਂ ਪਰਮ ਸਿੰਘ ਹੋਰਾਂ ਦੀ ਕਿਉਂਕਿ ਕਲਾ ਦਾ ਕੋਈ ਮੁੱਲ ਨਹੀਂ ਆ, ਪਰ ਉਹਨਾਂ ਦੀ ਹੌਸਲਾ ਅਫਜ਼ਾਈ ਵੀ ਕਰਨੀ ਆ, ਆਪਾਂ ਉਹਨਾਂ ਦੀਆਂ ਤਸਵੀਰਾਂ ਲੈ ਕੇ ਜਾਣੀਆਂ, ਆਪਾਂ ਜਿੰਨੇ ਵੀ ਜੋਗੇ ਤੁਸੀਂ ਹੈਗੇ ਆ ਜ਼ਰੂਰ ਇਹਦੇ 'ਚ ਯੋਗਦਾਨ ਪਾਉਣਾ। ਇਹੀ ਇੱਕ ਆਰਟਿਸਟ ਦੀ ਹੌਸਲਾ ਅਫਜ਼ਾਈ ਆ ਕਿ ਜਦੋਂ ਲੋਕ ਉਹਨੂੰ ਪਿਆਰ ਕਰਦੇ ਆ ਅਤੇ ਲੋਕ ਉਹਦੀ ਕਲਾ ਨੂੰ ਉਤਸ਼ਾਹਿਤ ਕਰਦੇ ਆ, ਲੋਕ ਉਹਦੇ ਪ੍ਰੋਡਕਟ ਨੂੰ ਜਾਂ ਕਿਸੇ ਵੀ ਤਰੀਕੇ ਨਾਲ ਉਹਦੇ 'ਚ ਹਿੱਸੇਦਾਰੀ ਪਾਉਂਦੇ ਆ, ਤਾਂ ਇਹ ਉਹਦੇ ਲਈ ਜਿਹੜੀ ਇੱਕ ਬਹੁਤ ਵੱਡੀ ਤਸੱਲੀ ਹੁੰਦੀ ਆ। ਹੌਸਲਾ ਅਫਜ਼ਾਈ ਆਪਾਂ ਉੱਦਾਂ ਵੀ ਕਰਦੇ ਹਾਂ, ਪ੍ਰੇਰਨਾ ਸਰੋਤ ਨੇ ਆਪਣੇ ਸਾਰਿਆਂ ਦੇ ਲਈ ਸੋਹਣਾ ਕੰਮ ਕਰ ਰਹੇ ਨੇ। ਸੋ ਇਹ ਜ਼ਰੂਰ ਉਹਨਾਂ ਨੂੰ ਮਿਲ ਕੇ, ਉਹਨਾਂ ਦੇ ਬਾਰੇ, ਪੇਂਟਿੰਗਸ ਦੇ ਬਾਰੇ ਜਾਣਕਾਰੀਆਂ ਲੈ ਕੇ, ਜਿਹੜੀ ਵੀ ਤੁਹਾਨੂੰ ਚੰਗੀ ਲੱਗੇ ਉਹਦੇ ਬਾਰੇ ਜ਼ਰੂਰ ਤੁਸੀਂ ਉਹਨੂੰ ਲੈ ਕੇ ਜਾਣਾ, ਆਪਣੇ ਘਰ ਦਾ ਸ਼ਿੰਗਾਰ ਬਣਾਉਣਾ। ਅਤੇ ਆਉਂਦੇ ਵਕਤ ਦੇ ਵਿੱਚ ਜਦੋਂ ਤੁਸੀਂ ਘਰੇ ਦੇਖਿਆ ਕਰੋਗੇ, ਪਰਮ ਸਿੰਘ ਹੋਰਾਂ ਨੂੰ ਯਾਦ ਕਰਿਆ ਕਰੋਗੇ, ਇਸ ਪ੍ਰੋਗਰਾਮ ਨੂੰ ਯਾਦ ਕਰਿਆ ਕਰੋਗੇ, ਪੰਜਾਬ ਰੇਡੀਓ USA ਨੂੰ ਯਾਦ ਕਰਿਆ ਕਰੋਗੇ, ਪੰਜਾਬੀ ਕਲਚਰ ਸੈਂਟਰ ਨੂੰ ਯਾਦ ਕਰੋਗੇ ਅਤੇ ਇਤਿਹਾਸ 'ਤੇ ਜ਼ਰੂਰ ਜਾਓਗੇ ਜਿਸ ਵੀ ਕਾਲ ਦੀ ਉਹ ਪੇਂਟਿੰਗ ਹੋਈ। ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ। ਬਹੁਤ ਧੰਨਵਾਦ ਪ੍ਰਵੀਨ ਸ਼ਰਮਾ ਜੀ, ਤੁਸੀਂ ਵਿਚਾਰ ਜਿਹੜੇ ਉਹ ਆਪਣੇ ਸਾਂਝੇ ਕੀਤੇ ਆ। ਅਤੇ ਮੈਂ ਵਿਸ਼ੇਸ਼ ਤੌਰ ਦੇ ਉੱਤੇ ਧੰਨਵਾਦ ਨੀਰੂ ਢੀਂਡਸਾ ਜੀ ਦਾ ਕਰਨਾ ਚਾਹੂੰਗਾ, ਜਿਨ੍ਹਾਂ ਨੇ 5 ਦਿਨ ਅੱਜ ਵੀ ਜਿਹੜੇ ਉਹ ਪਹੁੰਚੇ ਆ ਅਤੇ ਉਹਨਾਂ ਨੇ ਬਹੁਤ ਹੀ ਜ਼ਿਆਦਾ ਮਿਹਨਤ ਕੀਤੀ ਆ, ਵਲੰਟੀਅਰ ਕੰਮ ਜਿਹੜਾ ਉਹ ਕੀਤਾ, ਅਤੇ ਉਹਨਾਂ ਦੇ ਲਈ ਜ਼ੋਰਦਾਰ ਤਾੜੀਆਂ ਇੱਕ ਵਾਰੀ। ਸੋ ਬਹੁਤ ਉਹਨਾਂ ਦਾ ਵੀ ਸ਼ੁਕਰੀਆ। ਸੋ ਜਿੱਦਾਂ ਗੱਲਬਾਤ ਚੱਲ ਰਹੀ ਆ, ਮੈਨੂੰ ਹੁਣੇ ਇੱਕ ਪੇਰੈਂਟਸ ਜਿਹੜੇ ਉਹ ਮਿਲੇ ਆ, ਉਹ ਕਹਿੰਦੇ ਵੀ ਇਹ ਗੱਲ ਜਿਹੜੀ ਉਹ ਤੁਸੀਂ ਜ਼ਰੂਰ ਕਰਿਓ, ਅਤੇ ਉਹ ਤੁਸੀਂ ਸਾਰੇ ਜਾਣੇ ਪਹੁੰਚੇ ਆ, ਤੁਸੀਂ ਤਾਂ ਸਾਰੇ ਨਾਲ ਦੇ ਨਾਲ ਜ਼ਿੰਮੇਵਾਰ ਹੈਗੇ ਆ, ਪਰ ਉਹ ਕਹਿੰਦੇ ਵੀ ਜਿਹੜੇ ਖਾਸ ਕਰਕੇ ਹਸਬੈਂਡਸ ਨੂੰ ਲੈ ਕੇ ਉਹਨਾਂ ਨੇ ਗੱਲ ਕੀਤੀ, ਅਸੀਂ ਵੀ ਉਹਨਾਂ ਦੇ ਵਿੱਚੋਂ ਇੱਕ ਹੀ ਆ, ਪਰ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਬੱਚਿਆਂ ਦੇ ਉੱਤੇ ਸਮਾਂ ਜਿਹੜਾ ਉਹ ਵੱਧ ਦਿਆ ਕਰੀਏ। ਇਹ ਨਾ ਇਕੱਲਾ ਸੋਚੀਏ ਵੀ ਸਾਰਾ ਕੁਝ ਮਾਂ ਦੇ ਹੀ ਜ਼ਿੰਮੇਵਾਰੀ ਆ, ਆਪਾਂ ਵੀ ਜਿਹੜਾ ਆਪਣੇ ਵੱਲੋਂ ਕੋਸ਼ਿਸ਼ ਕਰੀਏ, ਸਾਰਿਆਂ ਦੇ ਹੀ ਰੁਝੇਵੇਂ ਜਿਹੜੇ ਉਹ ਬਰਾਬਰ ਦੇ ਆ, ਅਤੇ ਕੰਮ ਇੱਥੇ ਜਿਹੜੀਆਂ ਗੱਡੀਆਂ ਦੇ ਜਿਹੜੇ ਪਹੀਏ ਸਾਰੇ ਚੱਲਦੇ ਹੋਣ ਤਾਂ ਫਿਰ ਵਧੀਆ ਜਿਹੜੀਆਂ ਉਹ ਰੈਲੀਆਂ ਚੱਲਦੀਆਂ ਅਤੇ ਦੂਰ ਤੱਕ ਚੱਲਦੀਆਂ ਆ। ਸੋ ਇਹ ਚੀਜ਼ ਦੇ ਉੱਤੇ ਵੀ ਧਿਆਨ ਦੇਣਾ। ਅਤੇ ਹੁਣ ਮੈਂ ਬਹੁਤਾ ਸਮਾਂ ਨਾ ਲੈਂਦੇ ਹੋਏ ਮੈਂ ਬੇਨਤੀ ਕਰਦਾ ਹਾਂ ਸਰਦਾਰ ਪਰਮ ਸਿੰਘ ਹੋਣਾ ਨੂੰ ਵੀ ਉਹ ਸਟੇਜ ਦੇ ਉੱਤੇ ਆਉਣ, ਬੱਚਿਆਂ ਦੇ ਨਾਲ ਇਹ ਐਕਸਪੀਰੀਅੰਸ ਕਿੱਦਾਂ ਦਾ ਰਿਹਾ। ਇਹਨਾਂ ਦਾ ਇਹ 5ਵਾਂ ਇੱਥੇ ਕੈਂਪ ਆ, ਓਵਰਆਲ ਆਪਾਂ 7ਵਾਂ ਕੈਂਪ ਇੱਥੇ ਕਰ ਰਹੇ ਹਾਂ। ਬੱਚਿਆਂ ਦੇ ਨਾਲ ਮਿਲ ਕੇ ਇੱਕ ਉਹਨਾਂ ਦਾ ਵੀ ਬੱਚਾ ਅੰਦਰ ਕਲਾ ਵਾਲਾ ਜਿਹੜਾ ਉਹ ਜਾਗਦਾ ਹੈ,
ਇੰਪੋਰਟੈਂਸ ਕੀ ਆ ਉਹਦੇ ਬਾਰੇ ਜਿਹੜੀ ਉਹ ਥੋੜੀ ਗੱਲਬਾਤ ਕਰਨ, ਤੇ ਨਾਲ ਇਹ ਬੇਨਤੀ ਮੈਂ ਉਹਨਾਂ ਨੂੰ ਕਰੂੰਗਾ ਵੀ ਜਿਹੜੀ ਵੀ ਕੋਈ ਇੱਕ ਪੇਂਟਿੰਗ ਉਸ ਦੇ ਬਾਰੇ ਥੋੜਾ ਜਿਹਾ ਐਕਸਪਲੇਨ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਨ, ਜਿਹੜੀ ਸਾਖੀ ਜੁੜੀ ਹੁੰਦੀ ਆ, ਕਿਵੇਂ ਸੋਚਦੇ ਹੋ ਤੇ ਕਿਵੇਂ ਉਹ ਪੇਂਟਿੰਗ ਇਹ ਕੈਨਵਸ ਦੇ ਉੱਤੇ ਜਿਹੜੀ ਉਹ ਉਤਰਦੀ ਆ, ਉਹਦੇ ਬਾਰੇ ਥੋੜੀ ਜਿਹੀ ਗੱਲ ਕਰਨ। ਹੁਣ ਮੈਂ ਬੇਨਤੀ ਕਰੂੰਗਾ ਸਰਦਾਰ ਪਰਮ ਸਿੰਘ ਹੋਣਾ ਨੂੰ ਵੀ ਉਹ ਸਟੇਜ ਉੱਤੇ ਆਉਣ ਤੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਭ ਤੋਂ ਪਹਿਲਾਂ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ, ਮਾਪਿਆਂ ਦਾ ਵੀ ਤੇ ਆਰਗੇਨਾਈਜ਼ ਕਰਨ ਵਾਲਿਆਂ ਦਾ ਵੀ, ਭਾਈ ਹਰਜੋਤ ਸਿੰਘ ਹੋਣੀ। ਤੇ ਸੋ ਜਿਹੜੇ ਇਸ ਤਰ੍ਹਾਂ ਦੇ ਉਪਰਾਲੇ ਆ ਆਪਣੇ ਥੋੜ੍ਹੇ ਘੱਟ ਹੁੰਦੇ ਆ, ਵੱਧ ਹੋਣੇ ਚਾਹੀਦੇ। ਜਿੱਦਾਂ ਦਾ ਸਮਾਂ ਹੈ, ਜਿਸ ਸਮੇਂ ਬਾਰੇ ਗੱਲ ਬਹੁਤ ਹੋਈ ਅੱਜ, ਜਿਹੜਾ ਬਦਲ ਰਿਹਾ ਸਮਾਂ ਉਹਦੇ ਵਿੱਚ ਇਹਨਾਂ ਦੀ ਹੋਰ ਵੀ ਲੋੜ ਪਹਿਲਾਂ ਨਾਲੋਂ ਵੱਧ ਗਈ ਹੈ। ਤੇ ਸੋ ਜਿਹੜਾ ਪਹਿਲਾ ਟਾਈਮ ਹੁੰਦਾ ਨਿਆਣਿਆਂ ਨੂੰ ਇਸ ਪਾਸੇ ਇਸ ਕਰਕੇ ਵੀ ਲਾਉਣਾ ਚਾਹੀਦਾ ਕਿ ਬਾਅਦ ਵਿੱਚ ਥੋੜ੍ਹਾ ਔਖਾ ਹੋ ਜਾਂਦਾ। ਛੋਟੇ ਨਿਆਣੇ ਬਹੁਤ ਜ਼ਿਆਦਾ ਫ੍ਰੀ ਹੁੰਦੇ, ਉਹਨਾਂ ਦੇ ਉੱਤੇ ਕੋਈ ਬੋਝ ਨਹੀਂ, ਬਹੁਤਾ ਮਤਲਬ ਉਹਨਾਂ ਨੂੰ ਬੋਝ ਦੀ ਸਮਝ ਵੀ ਨਹੀਂ ਹੁੰਦੀ ਤੇ ਉਹ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਨਹੀਂ ਲੈਂਦੇ। ਸੋ ਇਸ ਪਹਿਲੀ ਉਮਰ ਦੇ ਵਿੱਚ ਜੇ ਉਹ ਕਲਾ ਨਾਲ ਇੰਟਰੋਡਿਊਸ ਹੋ ਜਾਣ, ਉਹਦੇ ਨਾਲ ਇੱਕ ਉਹਨਾਂ ਨੂੰ ਆਪਣੇ ਆਪ ਨੂੰ ਇਹ ਯਕੀਨ ਬਣ ਜਾਂਦਾ ਕਿ ਮੈਂ ਇਹਦੇ ਨਾਲ ਰਹਿ ਸਕਦਾ, ਇਹਦੇ ਨਾਲ ਜੁੜ ਸਕਦਾ, ਇਹਦੇ ਵਿੱਚੋਂ ਮਿਲਣ ਵਾਲੇ ਜਿਹੜੇ ਫਾਇਦੇ ਆ ਉਹਨੂੰ ਮਹਿਸੂਸ ਕਰਦਾ ਪਹਿਲਾਂ ਹੀ ਬਹੁਤ ਅਰਲੀ ਏਜ। ਅਤੇ ਇੱਥੇ ਚਲੋ ਕਲਾਸ 'ਚ ਮੈਂ ਹੀ ਸੀਗਾ ਜਾਂ ਭੈਣ ਜੀ ਹੁਣੀ ਸੀਗੇ, ਹੈਲਪ ਕਰ ਰਹੇ ਸੀਗੇ। ਜੇ ਤੁਸੀਂ ਉਹਨਾਂ ਨੂੰ ਦੇਖੋ ਜਦੋਂ ਆਰਟ ਕਰ ਰਹੇ ਹੁੰਦੇ ਤਾਂ ਮਤਲਬ ਇਹ ਸਰੀਰ ਹੀ ਇੱਥੇ ਹੁੰਦਾ, ਉਂਝ ਉਹ ਬਿਲਕੁਲ ਗਵਾਚ ਜਾਂਦੇ। ਬਹੁਤੀ ਵਾਰੀ ਦਾ ਹਾਕ ਮਾਰੋ ਤੇ ਉਹ ਨਹੀਂ, ਉਹਨਾਂ ਨੂੰ ਉਹਦਾ ਧਿਆਨ ਨਹੀਂ ਹੁੰਦਾ। ਉਹਦੀ ਵਜ੍ਹਾ ਇਹ ਹੈ ਵੀ ਜਿਹੜਾ ਇਹ ਕੋਈ ਵੀ ਹੁਨਰ ਹੈ, ਚਾਹੇ ਪੇਂਟਿੰਗ ਹੈ, ਚਾਹੇ ਸੰਗੀਤ ਹੈ, ਜਾਂ ਕੋਈ ਵੀ ਹੈ, ਇਹ ਤੁਹਾਨੂੰ ਜਿਹੜਾ ਚੱਲ ਰਿਹਾ ਤੁਹਾਡਾ ਰੋਜ਼ਾਨਾ ਰੂਟੀਨ ਹੁੰਦਾ ਉਹਦੇ ਵਿੱਚੋਂ ਬਾਹਰ ਕੱਢ ਦਿੰਦਾ। ਆਰਟ ਦਾ ਜਿਹੜਾ ਸਿੱਧਾ ਸੰਬੰਧ ਹੈ ਉਹ ਖਿਆਲ ਨਾਲ ਹੈ। ਸੋ ਇਹ ਤੁਹਾਡੇ ਜਿਹੜੇ ਖਿਆਲ ਹੈ ਉਹਨੂੰ ਬੜੇ ਚਲੋ ਉੱਚੇ ਸੁੱਚੇ ਪਾਸੇ ਨੂੰ ਲੈ ਕੇ ਜਾਂਦਾ। ਜਦੋਂ ਤੁਸੀਂ ਕਿਸੇ ਰੰਗਾਂ ਨਾਲ ਕੋਈ ਆਕਾਰ ਬਣਾਉਂਦੇ ਆ ਤਾਂ ਉਹਦੇ ਨਾਲ ਜੁੜਿਓ ਜਿਹੜੀ ਸਾਰੀ ਆਬਜੈਕਟਿਵਿਟੀ, ਸਬਜੈਕਟਿਵਿਟੀ ਸਾਰੀ ਨੂੰ ਇੱਕੋ ਵਾਰੀ ਮਹਿਸੂਸ ਕਰਦੇ ਆ। ਸੋ ਨਿਆਣੇ ਕਿਉਂਕਿ ਬਹੁਤ ਜ਼ਿਆਦਾ ਫ੍ਰੀ ਹੁੰਦੇ ਆ, ਉਹਨਾਂ ਲਈ ਉਹਨਾਂ 'ਚ ਇਹ ਜ਼ਿਆਦਾ ਸਮਰੱਥਾ ਹੁੰਦੀ ਕਿ ਉਹ ਇਹ ਮਹਿਸੂਸ ਇੱਦਾਂ ਕਰ ਸਕਦੇ। ਜਿੱਦਾਂ ਜਿੱਦਾਂ ਆਪਾਂ ਵੱਡੇ ਹੋ ਜਾਂਦੇ ਆ, ਵੈਸੇ ਤਾਂ ਇਹ ਆ ਵੀ ਲੋੜ ਵੱਡੇ ਹੋਇਆਂ ਵੱਧ ਜਾਂਦੀ ਹੈ ਕਿ ਆਪਾਂ ਬੜੀ ਤਰ੍ਹਾਂ ਦੇ ਫਿਕਰ ਚੱਕੀ ਫਿਰਦੇ ਹੁੰਦੇ, ਉਹਨਾਂ 'ਚੋਂ ਨਿਕਲਣ ਲਈ ਬਿਲਕੁਲ ਮਤਲਬ ਕੋਈ ਵੀ ਹੁਨਰ ਹੈ, ਇਹ ਸਿਰਫ ਇਹ ਨਹੀਂ ਕਿ ਪੇਂਟਿੰਗ, ਉਹ ਬਹੁਤ ਜ਼ਿਆਦਾ ਤੁਹਾਨੂੰ ਤੁਹਾਡੇ ਜਿਹੜੀ ਇੱਕ ਖਿਆਲਾਂ ਦੀ ਲੜੀ ਚੱਲ ਰਹੀ ਹੁੰਦੀ ਹੈ, ਜਿਹੜੀ ਰਿਪੀਟ ਹੁੰਦੀ ਰਹਿੰਦੀ ਮੋਸਟਲੀ, ਉਹਨੂੰ ਤੋੜ ਕੇ ਤੁਹਾਨੂੰ ਨਵੀਂ ਥਾਂ 'ਤੇ ਲੈ ਜਾਂਦੀ। ਈਵਨ ਜੇ ਤੁਸੀਂ ਨਹੀਂ ਵੀ ਕਰ ਸਕਦੇ, ਪਰ ਜਿਹੜੀ ਆਰਟਿਸਟਿਕ ਐਕਟੀਵਿਟੀ ਆ ਉਹਦੇ ਨਾਲ ਐਪਰੀਸੀਏਸ਼ਨ ਦੇ ਪੱਧਰ 'ਤੇ ਜੁੜੇ ਰਹਿਣਾ ਵੀ ਮਤਲਬ ਓਨਾ ਕੋਈ ਮਦਦ ਕਰ ਦਿੰਦਾ ਜਿੰਨਾ ਕੁ ਆਰਟ ਕ੍ਰੀਏਟ ਕਰਨਾ। ਆਰਟ ਵੈਸੇ ਹੈ ਕਿ ਜਿਹੜਾ ਕਿਸੇ ਵੀ ਆਪਾਂ ਹੁਨਰ ਨੂੰ ਵਰਤ ਕੇ ਜਦੋਂ ਕੋਈ ਉਹਦੇ ਨਾਲ ਖਿਆਲ ਜੋੜ ਕੇ ਕੁਝ ਬਣਾਉਂਦੇ ਆ, ਉਹ ਆਰਟ ਹੈ। ਪਰ ਜੇ ਆਪਾਂ ਸਿਰਫ ਕਰਾਫਟ ਨਾਲ ਵੀ ਜੁੜ ਜਾਈਏ, ਕੋਈ ਵੀ ਕਰਾਫਟ, ਮਤਲਬ ਜਿੱਦਾਂ ਭਾਈ ਸਾਹਿਬ ਮਿਲੇ ਉਹ ਤਬਲਾ ਵਜਾਉਂਦੇ ਆ, ਉਹ ਕਹਿੰਦੇ ਵੀ ਆਪਾਂ 7-7 8-8 ਘੰਟੇ ਤਬਲਾ ਵਜਾਉਂਦੇ ਰਹੀਦਾ। ਉਹਦੇ ਨਾਲ ਜਦੋਂ ਉਹ ਰਿਆਜ਼ ਕਰਦੇ ਆ ਜਾਂ ਉਂਝ ਵੀ ਇੱਥੇ ਅਮਰੀਕਾ 'ਚ ਰਹਿੰਦੇ ਆ ਵੀ ਸਾਰੀ ਤਰ੍ਹਾਂ ਦੇ ਔਖਿਆਈ ਤੋਂ, ਸਾਰੀ ਤਰ੍ਹਾਂ ਦੀ ਜਿਹੜੀ ਪਰੇਸ਼ਾਨੀ ਹੈ ਜਾਂ ਕੁਛ ਵੀ ਹੈ ਉਹਦੇ ਤੋਂ ਪਾਸੇ ਹੋ ਜਾਈਦਾ। ਸੋ ਕੁਛ ਇਸ ਤਰ੍ਹਾਂ ਦੀਆਂ ਸਕਿੱਲਸ ਨੇ ਜਿਹੜੀਆਂ ਬੜੀਆਂ ਈਜ਼ੀ ਨੇ, ਬਹੁਤ ਸੌਖੇ, ਤੁਸੀਂ ਉਹਨਾਂ ਨੂੰ ਮਤਲਬ ਕਰ ਸਕਦੇ ਆ, ਵਰਤ ਸਕਦੇ ਆ। ਇਹਦਾ ਪਿੱਛੇ ਜਿਹਾ ਇੱਕ ਵਾਹਵਾ ਚੱਲਿਆ ਸੀਗਾ ਕਿ ਵੱਡਿਆਂ ਲਈ ਕਲਰਿੰਗ ਬੁੱਕਸ ਆਉਣ ਲੱਗ ਗਈਆਂ ਸੀਗੀਆਂ। ਉਹਦਾ ਇੰਨਾ ਜ਼ਿਆਦਾ ਪ੍ਰਚਲਿਤ ਹੋ ਜਾਣ ਦਾ ਇਹੀ ਕਾਰਨ ਸੀਗਾ ਕਿ ਉਹ ਤੁਹਾਨੂੰ ਬਿਲਕੁਲ ਵਿਹਲਿਆਂ ਕਰਨ ਦੀ, ਬਾਕੀ ਸਾਰੇ ਖਿਆਲ, ਸਾਰੇ ਪਰੇਸ਼ਾਨੀਆਂ ਤੋਂ ਤੁਸੀਂ ਵਿਹਲੇ ਹੋ ਜਾਂਦੇ ਹੋ। ਤੁਸੀਂ ਉਹ ਹੈ ਬਹੁਤ ਛੋਟੀ ਜਿਹੀ ਐਕਟੀਵਿਟੀ ਹੈ, ਪਰ ਉਹ ਤੁਹਾਨੂੰ ਬਹੁਤ ਜ਼ਿਆਦਾ ਰਿਲੈਕਸ ਕਰ ਦਿੰਦੀ। ਜਾਂ ਤੁਸੀਂ ਉਂਝ ਬੈਠ ਕੇ ਸਿਰਫ ਸੰਗੀਤ ਨੂੰ ਸੁਣੋ, ਵੀ ਸਾਰਾ ਕੁਝ ਛੱਡ ਕੇ ਸੁਣਨਾ। ਸੋ ਇਹ ਮਤਲਬ ਤੁਹਾਨੂੰ ਜਿਹੜਾ ਸੰਗੀਤ ਹੈ ਜਾਂ ਜਿਹੜੇ ਸਾਰੇ ਹੁਨਰ ਹੈ, ਇਸ ਕਰਕੇ
ਚੱਲਦੇ ਸਾਰੇ ਰੌਲੇ ਰੱਪੇ ਤੋਂ ਬਾਹਰ ਲੈ ਜਾਂਦੇ, ਕਿਉਂਕਿ ਇਹ ਬਹੁਤ ਡੂੰਘੇ ਅਨੁਭਵ 'ਚੋਂ ਨਿਕਲੀਆਂ ਹੋਈਆਂ ਚੀਜ਼ਾਂ ਹੈ। ਜਦੋਂ ਆਪਾਂ ਬਹੁਤ ਪੇਤਲੇ ਜਿਹੇ ਪੱਧਰ 'ਤੇ ਜ਼ਿੰਦਗੀ ਜੀਨੇ ਰਹਿੰਦੇ ਹਾਂ, ਤਾਂ ਜਦੋਂ ਉਹ ਜਿਹੜੇ ਬਹੁਤ ਉੱਚੇ ਸੁੱਚੇ ਬੰਦਿਆਂ ਨੇ ਬਹੁਤ ਘਾਲਣਾ ਤੋਂ ਬਾਅਦ ਬੜੇ ਆਪਣੇ ਸੂਖਮ ਅਨੁਭਵ 'ਚੋਂ ਚੀਜ਼ਾਂ ਲੱਭੀਆਂ, ਜਦੋਂ ਆਪਾਂ ਉਹਨਾਂ ਨਾਲ ਜੁੜਦੇ ਹਾਂ ਤਾਂ ਆਪਾਂ ਵੀ ਉੱਦਾਂ ਦੇ ਅਨੁਭਵ ਦਾ ਹੀ ਇੱਕ ਝਲਕਾਰਾ ਜਿਹਾ ਮਹਿਸੂਸ ਕਰਦੇ ਹਾਂ। ਸੋ ਵੱਡੇ ਛੋਟੇ ਸਾਰੇ, ਮੈਨੂੰ ਲੱਗਦਾ ਵੀ ਸਾਰਿਆਂ ਲਈ ਇਹ ਜ਼ਰੂਰੀ ਹੈ ਕਿ ਇਸ ਤਰ੍ਹਾਂ ਦੀ ਕਿਸੇ ਨਾ ਕਿਸੇ ਸਕਿੱਲ ਨਾਲ ਜ਼ਰੂਰ ਜੁੜਨਾ ਚਾਹੀਦਾ। ਬਾਕੀ ਜੋ ਇਤਿਹਾਸ ਦੀ ਗੱਲ ਹੈ, ਇਤਿਹਾਸ ਆਪਾਂ ਇਸ ਕਰਕੇ ਇਤਿਹਾਸ ਨਾਲ ਜੁੜੇ ਰਹਿਣਾ ਹੁੰਦਾ ਤਾਂ ਜੋ ਸਾਨੂੰ ਪਤਾ ਲੱਗੇ ਕਿ ਸਾਡੇ ਪੁਰਖਿਆਂ ਨੇ ਜਦੋਂ ਅਖਿਆਈਆਂ ਆਈਆਂ ਜਾਂ ਚੰਗੇ ਸਮੇਂ ਸੀਗੇ, ਸੌਖੇ ਸਮੇਂ ਸੀਗੇ, ਉਹਨਾਂ ਦੇ ਵਿੱਚ ਕਿੱਦਾਂ ਦੇ ਡਿਸੀਜਨ ਬਣਾਏ ਕਿ ਆਪਾਂ ਅੱਜ ਇਸ ਤਰ੍ਹਾਂ ਦੀ ਜ਼ਿੰਦਗੀ ਜੀ ਰਹੇ, ਚਾਹੇ ਉਹ ਚੰਗੀ ਹੋਵੇ ਮਾੜੀ ਹੋਵੇ। ਜਦੋਂ ਆਪਾਂ ਨੂੰ ਇਸ ਗੱਲ ਦੀ ਸਮਝ ਹੁੰਦੀ ਹੈ ਤਾਂ ਆਪਾਂ ਫਿਊਚਰ 'ਚ ਕਿੱਦਾਂ ਚੱਲਣਾ ਉਹਦੇ ਬਾਰੇ ਜ਼ਿਆਦਾ ਬਿਹਤਰ ਤੈਅ ਕਰ ਸਕਦੇ ਹਾਂ। ਤੇ ਇਤਿਹਾਸ ਨਾਲ ਜੁੜਨਾ ਹਰ ਕਿਸੇ ਲਈ ਬਹੁਤ ਜ਼ਰੂਰੀ ਹੈ, ਭਾਵੇਂ ਕਿਸੇ ਵੀ ਰੂਪ 'ਚ ਜੁੜੋ, ਭਾਵੇਂ ਆਪਣਾ ਘਰ ਦਾ ਇਤਿਹਾਸ ਹੀ ਹੋਵੇ, ਵੀ ਸਾਡੇ ਪਰਿਵਾਰ ਨੇ, ਸਾਡੇ ਬਜ਼ੁਰਗਾਂ ਨੇ ਕੀ ਕੀਤਾ। ਜੇ ਆਪਾਂ ਸਾਰੇ ਕਲੈਕਟਿਵ ਇਤਿਹਾਸ ਨੂੰ ਦੇਖੀਏ, ਮਤਲਬ ਸਾਡਾ ਇਤਿਹਾਸ ਤਾਂ ਬਹੁਤ ਮਾਣ ਕਰਨ ਵਾਲਾ ਕੁਛ ਹੈ। ਜਿੱਦਾਂ ਉਹਨਾਂ ਦੇ ਇਤਿਹਾਸ ਜੈਨੋਸਾਈਡ ਪਏ ਹੈ, ਬੜੀ ਤਰ੍ਹਾਂ ਦੇ ਉਹਨਾਂ ਨੇ ਜ਼ੁਲਮ ਕੀਤੇ ਹੈ। ਸਾਡਾ ਇਤਿਹਾਸ ਬਹੁਤ ਜ਼ਿਆਦਾ ਮਾਣ ਕਰਨ ਵਾਲਾ ਇਤਿਹਾਸ। ਸੋ ਉਹਦੇ ਨਾਲ ਜੁੜਨਾ, ਉਹਦੇ ਨਾਲ ਲਗਾਤਾਰ ਜੁੜੇ ਰਹਿਣਾ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ, ਤਾਂ ਜੋ ਆਪਾਂ ਜਿੱਦਾਂ ਹੁਣ ਇੱਥੇ ਮੈਂ ਪੰਜਾਬੀ ਦੀ ਮਾਸਟਰਸ ਕੀਤੀ, ਉਹਦੇ 'ਚ ਇੱਕ ਪੜ੍ਹਾਉਂਦੇ ਹੁੰਦੇ ਸੀਗੇ ਵੀ ਜਿਹੜਾ ਉਹਦੇ 'ਚ ਹੁੰਦਾ ਪ੍ਰਵਾਸੀ ਪੰਜਾਬੀ ਸਾਹਿਤ। ਉਹਦੇ 3-4 ਹਿੱਸੇ ਹੁੰਦੇ ਸੀਗੇ। ਇੱਕ ਹੁੰਦਾ ਸੀਗਾ ਹੇਰਵਾ, ਕਿ ਜਿਹੜਾ ਪੰਜਾਬੋਂ ਦੂਰ ਚਲਿਆ ਜਾਂਦਾ ਬੰਦਾ, ਉਹਨੂੰ ਨਾ ਹੇਰਵਾ ਨਹੀਂ ਛੱਡਦਾ ਵੀ ਮੇਰੀ ਉਹ ਧਰਤੀ ਸੀ। ਉਹਨੂੰ ਉਹਦੇ ਅੰਦਰ ਇਹ ਵੀ ਲੱਗਿਆ ਰਹਿੰਦਾ ਕਿਤੇ ਨਾ ਕਿਤੇ ਵੀ ਮੈਂ ਮੁੜ ਕੇ ਜਾਣਾ। ਇਹ ਗੱਲਾਂ ਬੰਦੇ ਨੂੰ ਛੱਡਦੀਆਂ ਨਹੀਂ। ਜੇ ਸਾਡੇ ਕੋਲ ਇਤਿਹਾਸ ਦੀ ਬਿਹਤਰ ਸਮਝ ਹੋਵੇ, ਉਹ ਡਿਸੀਜਨ ਬਣਾਉਣੇ ਬਹੁਤ ਸੌਖੇ ਹੋ ਜਾਂਦੇ ਵੀ ਕੀ ਪਿਛਲੇ ਬੰਦਿਆਂ ਨੇ ਕੀ ਕੀਤਾ, ਕਿੱਦਾਂ ਦੀ ਅਖਿਆਈ 'ਚ ਰਹੇ ਅਤੇ ਉਹਦੇ 'ਚ ਕੀ ਕੁਛ ਕਰ ਲਿਆ ਅਤੇ ਉਹ ਨਿਕਲ ਗਏ। ਸੋ ਇਤਿਹਾਸ ਬੇਸਿਕਲੀ ਡਿਸੀਜਨਸ ਦਾ ਇਤਿਹਾਸ ਹੁੰਦਾ, ਅਤੇ ਉਹਦੇ ਲਈ ਇਤਿਹਾਸ ਨਾਲ ਜੁੜ ਕੇ ਆਪਾਂ ਆਉਣ ਵਾਲੇ ਟਾਈਮ ਬਾਰੇ ਜ਼ਿਆਦਾ ਬਿਹਤਰ ਸੋਚ ਸਕਦੇ ਹਾਂ। ਇਹ ਦੋਵੇਂ ਜਿਹੜੀਆਂ ਚੀਜ਼ਾਂ, ਇਤਿਹਾਸ ਅਤੇ ਕਲਾ, ਇਹਦੇ ਇੱਕ ਤਰ੍ਹਾਂ ਦੇ ਕੰਬੀਨੇਸ਼ਨ ਨਾਲ ਜੋ ਅੱਜ ਦਾ ਸਮਾਂ ਹੈ, ਜੋ ਮੈਨੂੰ ਸਮਝ ਲੱਗਦੀ ਹੈ ਜਿੰਨੀ ਕੁ, ਕਿ ਜਿਹੜਾ AI ਦੇ ਆਉਣ ਨਾਲ ਵੱਡੀ ਸ਼ਿਫਟ ਆ ਗਈ ਹੈ, ਤਾਂ ਜਿਹੜੀ ਕਲਾ ਹੈ, ਜਿਹੜਾ ਕੋਈ ਵੀ ਹੁਨਰ ਹੈ, ਉਹ ਸਾਡੀਆਂ ਪੰਜਾਬੀ ਜਿਹਨੂੰ ਕਹਿੰਦੇ ਬੌਧਿਕ ਸਮਰੱਥਾਵਾਂ ਜਾਂ ਬੌਧਿਕ ਯੋਗਤਾਵਾਂ, ਕੋਗਨੀਟਿਵ ਜਾਂ ਨਾਨ ਕੋਗਨੀਟਿਵ ਐਬਿਲਿਟੀਜ਼, ਉਹਨੂੰ ਬਹੁਤ ਸ਼ਾਰਪ ਰੱਖਦੀ ਹੈ। ਜਿਹੜੀ ਆਰਟ ਹੈ ਉਹ ਜਦੋਂ ਸ਼ਾਰਪ ਹੈ ਤਾਂ ਜਿਹੜੇ ਨਿਆਣੇ ਹੈ ਜਾਂ ਕੋਈ ਵੀ ਹੈ, ਉਹ ਇੱਕ ਤਾਂ ਇਮੋਸ਼ਨਲੀ ਬਹੁਤ ਬੈਲੈਂਸਡ ਰਹਿੰਦਾ। ਬਾਕੀ ਉਹਦੀ ਜਿਹੜੀ ਸਾਰੀ ਪ੍ਰੋਬਲਮ ਸੋਲਵਿੰਗ ਦੀਆਂ ਐਬਿਲਿਟੀਜ਼ ਨੇ ਜਾਂ ਹੋਰ ਹੈ, ਉਹ ਸ਼ਾਰਪ ਰਹਿੰਦੀਆਂ। ਇਹ ਮਤਲਬ ਹੁਣ ਤਾਂ ਆਮ ਕਹਿ ਲਓ ਕਿ ਸਥਾਪਿਤ ਹੋ ਗਿਆ ਖਿਆਲ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਉਹ ਜ਼ਿਆਦਾ ਸਿਕਿਉਰ ਹੈ ਜਿਹੜਾ ਆਊਟ ਆਫ ਦਾ ਬਾਕਸ ਸੋਚ ਸਕਦਾ, ਕਿਉਂਕਿ ਜੋ ਕੈਲਕੂਲੇਟ ਕੀਤਾ ਜਾ ਸਕਦਾ ਉਹ ਸਾਰਾ ਕੁਝ ਮਸ਼ੀਨਾਂ ਨੇ ਕਰ ਲੈਣਾ, ਤਕਰੀਬਨ ਕਰ ਹੀ ਲਿਆ, ਉਹ ਬਸ ਰਿਫਾਈਨ ਹੀ ਹੋ ਰਿਹਾ। ਸੋ ਜਿਹੜਾ ਵੀ ਕੋਈ ਜਿਹਦੇ ਵਿੱਚ ਵੀ ਬਿਲਕੁਲ ਚੱਲ ਰਹੇ ਸਮੇਂ ਤੋਂ ਕਹਿ ਲਓ ਨਿਰਾਲਾ ਕੁਛ ਨਵਾਂ ਖਿਆਲ ਹੈ ਜਾਂ ਉਸ ਤਰ੍ਹਾਂ ਦੇ ਖਿਆਲਾਂ ਨੂੰ ਜੀ ਲੈਣ ਦੀ, ਸਮਝ ਲੈਣ ਦੀ ਸਮਰੱਥਾ ਹੈ, ਉਹਦੇ ਲਈ ਜ਼ਿਆਦਾ ਬਿਹਤਰ ਸਮਾਂ ਹੈ। ਬਾਕੀ ਮੈਂ ਫਿਊਚਰ ਬਾਰੇ ਉਸ ਤਰ੍ਹਾਂ ਦੇ ਫਿਕਰ ਵਾਲੀ ਗੱਲ ਤਾਂ ਮੈਨੂੰ ਕੋਈ ਬਹੁਤੀ ਲੱਗਦੀ ਨਹੀਂ ਹੁੰਦੀ। ਬੰਦਾ ਬਹੁਤ ਜ਼ਿਆਦਾ ਕਹਿ ਲਓ ਇਹਨੂੰ ਅਕਾਲ ਪੁਰਖ ਨੇ ਸਮਰੱਥਾ ਦਿੱਤੀ ਹੋਈ ਹੈ, ਕੋਈ ਨਾ ਕੋਈ ਸਾਧਨ ਬਣਾ ਹੀ ਲੈਂਦਾ। ਪਰ ਜਿਸ ਤਰ੍ਹਾਂ ਦੇ ਪ੍ਰੋਸੈਸ 'ਚੋਂ ਆਪਾਂ ਲੰਘ ਰਹੇ ਹਾਂ, ਇਹਦੇ ਵਿੱਚ ਇਹ ਜ਼ਰੂਰ ਹੈ ਕਿ ਆਪਾਂ ਕਲੈਕਟਿਵਲੀ ਘੱਟ ਵਿਚਰਦੇ ਹਾਂ। ਹੁਣ ਇੰਡੀਵਿਜੂਅਲਿਜ਼ਮ ਦਾ ਜ਼ਿਆਦਾ ਜ਼ੋਰ ਹੈ, ਉਹਦੇ ਕਰਕੇ ਜੇ ਆਪਣੇ ਕੋਲ ਆਪਣੀਆਂ ਸਮਰੱਥਾਵਾਂ ਹੋਣ ਤਾਂ ਥੋੜ੍ਹਾ ਸੌਖਾ ਹੋ ਜਾਂਦਾ। ਅਤੇ ਇਹ ਸੋ ਇਸ ਕਰਕੇ ਮੈਨੂੰ ਲੱਗਦਾ ਵੀ ਸਾਨੂੰ ਸਾਰਿਆਂ ਨੂੰ, ਵੱਡੇ ਛੋਟੇ ਸਾਰੇ ਜਿਹੜੇ ਹੈ, ਉਹਨਾਂ ਨੂੰ ਥੋੜ੍ਹਾ ਸਮਾਂ ਇਹ ਜਿਹੜੇ ਹੁਨਰ ਹੈ ਉਹਨਾਂ ਦੇ ਨਾਲ ਜ਼ਰੂਰ ਬਿਤਾਉਣਾ ਚਾਹੀਦਾ। ਸਿਰਫ ਮਤਲਬ ਨਿਆਣਿਆਂ ਲਈ ਫਿਕਰ ਵਾਲੀ ਗੱਲ ਨਹੀਂ ਹੈ, ਵੱਡਿਆਂ ਲਈ ਵੀ ਫਿਕਰ ਵਾਲੀ ਗੱਲ ਹੀ ਹੈ। ਜਿਸ ਤਰ੍ਹਾਂ ਦਾ ਕਹਿ ਲਓ ਮੈਂਟਲ ਹੈਲਥ ਵਾਲਾ ਆਪਾਂ ਸਾਰਿਆਂ ਦੇ ਵਾਹ ਪੈਂਦਾ, ਅਸੀਂ ਸਾਰੇ ਦੇਖਦੇ ਸੁਣਦੇ ਰਹਿੰਦੇ। ਸੋ ਇਹ ਜਿਹੜੀ ਚੀਜ਼ ਹੈ, ਮਤਲਬ ਜਿਹੜੀ ਕਲਾ ਨਾਲ ਜੁੜਨਾ ਹੈ, ਇਹ ਸਾਨੂੰ ਕਾਫੀ ਜ਼ਿਆਦਾ ਸੌਖਿਆਂ ਕਰ ਦਿੰਦਾ, ਕਾਫੀ
ਇਮੋਸ਼ਨਲੀ ਵਾਹਵਾ ਬੈਲੈਂਸ ਰੱਖਦਾ ਹੈ। ਉਂਝ ਵੈਸੇ ਕਲਾ ਓਡੀ ਵੱਡੀ ਚੀਜ਼ ਨਹੀਂ ਹੈ। ਗੁਰੂ ਸਾਹਿਬ ਨੇ ਆਪਾਂ ਨੂੰ ਜੋ ਨਿਤਨੇਮ ਦੀ ਕਹਿ ਲਓ ਦਾਤ ਬਖਸ਼ੀ ਹੈ, ਸੰਗਤ ਦੀ ਜਿਹੜੀ ਦਾਤ ਬਖਸ਼ੀ ਹੈ, ਇਹ ਦੋ ਚੀਜ਼ਾਂ ਸਾਨੂੰ ਬਹੁਤ ਜ਼ਿਆਦਾ ਕਲਾ ਨਾਲੋਂ ਵੱਧ ਬੈਲੈਂਸ ਰੱਖ ਸਕਦੀਆਂ। ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਬੇਸਿਕਲੀ ਆਪਾਂ ਗੁਰੂ ਸਾਹਿਬ ਦੇ ਦਿੱਤੇ ਖਿਆਲਾਂ ਨਾਲ ਹੀ ਜੁੜਦੇ ਹਾਂ। ਆਪਾਂ ਸਿਰਫ ਕੋਈ ਮੁਲਕ ਜਾਂ ਧਰਤੀ ਨਹੀਂ, ਸਾਰੇ ਬ੍ਰਹਿਮੰਡ ਦਾ ਜਿਹੜਾ ਪਸਾਰਾ ਹੈ ਉਹ ਕਿਸ ਤਰ੍ਹਾਂ ਚੱਲ ਰਿਹਾ ਉਸ ਤਰ੍ਹਾਂ ਦੇ ਖਿਆਲਾਂ ਨਾਲ ਜੁੜਦੇ ਹਾਂ। ਉਹ ਜਿਹੜਾ ਹੁਨਰ ਵੀ ਹੈ, ਕਲਾ ਵੀ ਹੈ, ਉਸ ਦਿਸ਼ਾ ਵੱਲ ਵੱਧਦਾ ਇੱਕ ਕਦਮ ਹੀ ਹੈ। ਅਤੇ ਸੋ ਇੰਨੀ ਗੱਲ ਹੈ ਵੀ ਆਪਾਂ ਸਾਰੇ ਹੀ ਇਹ ਸਾਰੇ ਨਾਲ ਜੁੜੀਏ। ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਆ ਇਹ ਬਹਾਨਾ ਬਣ ਜਾਂਦੇ ਆ, ਪਰ ਆਪਾਂ ਇਹਨੂੰ ਇਹਦੇ ਨਾਲ ਜੁੜ ਕੇ ਇਹਦੇ ਨਾਲ ਲਗਾਤਾਰ ਜੁੜੇ ਰਹੀਏ ਤਾਂ ਆਪਣਾ ਇੰਡੀਵਿਜੂਅਲੀ ਵੀ ਕਲੈਕਟਿਵਲੀ ਵੀ ਬਹੁਤ ਜ਼ਿਆਦਾ ਆਪਣਾ ਫਾਇਦਾ ਹੈ। ਗੱਲ ਕਿ ਆਪਣੇ ਲਈ ਕਰਨ ਵਾਲੀ ਗੱਲ ਹੈ। ਸੋ ਤੁਸੀਂ ਸਾਰੇ ਆਏ, ਤੁਸੀਂ ਨਿਆਣੇ ਆਏ, ਇੰਨੀ ਜ਼ਿਆਦਾ ਸ਼ਿੱਦਤ ਨਾਲ ਆਉਂਦੇ ਰਹੇ, ਮੇਰੇ ਲਈ ਬਹੁਤ ਜ਼ਿਆਦਾ ਰਿਵਾਰਡਿੰਗ ਹੁੰਦਾ ਹੈ। ਜਿੱਦਾਂ ਰੁਝੇਵੇਂ ਦੀ ਗੱਲ ਕਰਦੇ ਆ ਵੀ ਰੁਝੇਵਾਂ ਤਾਂ ਸੀਗਾ, ਪਰ ਮੈਂ ਆਪ ਬਹੁਤ ਜ਼ਿਆਦਾ ਰੀਫਰੈਸ਼ ਹੋ ਜਾਂਦਾ। ਨਿਆਣੇ ਜਿੱਦਾਂ ਜੀਂਦੇ ਆ, ਮਤਲਬ ਮੈਂ ਉੱਦਾਂ ਨਹੀਂ ਜੀਂਦਾ ਆਰਟ ਨੂੰ। ਇਹ ਤਾਂ ਇੰਨੇ ਜ਼ਿਆਦਾ ਫਰੀ ਹੁੰਦੇ ਆ। ਮੈਂ ਬਹੁਤ ਮਹਿਸੂਸ ਕਰਦਾ ਨਾ ਜਦੋਂ ਇਹ ਕੰਮ ਕਰ ਰਹੇ ਹੁੰਦੇ। ਇੱਕ ਮੁੰਡਾ ਤਾਂ ਨੱਚ ਹੀ ਰਿਹਾ ਸੀਗਾ, ਇੰਨਾ ਉਹਨੂੰ ਦੇਖ ਕੇ ਸਵਾਦ ਆਉਂਦਾ ਹੈਗਾ ਵੀ ਉਹ ਨਾਲ ਇਹ ਨਹੀਂ ਕਿ ਕੀ ਬਣ ਰਿਹਾ, ਇਸ ਗੱਲ ਨਾਲ ਕੋਈ ਬਹੁਤਾ ਲੈਣ ਦੇਣ ਨਹੀਂ ਸੀ, ਪਰ ਉਹ ਇੰਨਾ ਜ਼ਿਆਦਾ ਉਹ 'ਚ ਖੁੱਭਿਆ ਹੋਇਆ ਸੀਗਾ, ਇੰਜੋਏ ਕਰ ਰਿਹਾ ਸੀਗਾ। ਅਤੇ ਉਹ ਸਾਰਾ ਮੇਰੇ ਲਈ ਬਹੁਤ ਜ਼ਿਆਦਾ, ਮੈਨੂੰ ਵੀ ਬੜਾ ਕਹਿ ਲਓ ਕਿ ਸੁਖਾਵਾਂ ਕਰਨ ਦਾ, ਰਿਲੈਕਸ ਕਰਨ ਦਾ। ਅਤੇ ਧੰਨਵਾਦ ਜੀ, ਮਿਹਰਬਾਨੀ, ਤੁਸੀਂ ਆਏ ਸਾਰਿਆਂ ਨੂੰ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਬਹੁਤ ਬਹੁਤ ਧੰਨਵਾਦ ਸਰਦਾਰ ਪਰਮ ਸਿੰਘ ਹੁਣਾਂ ਦਾ, ਜਿਨ੍ਹਾਂ ਨੇ ਇਹ ਗੱਲਾਂ ਬਾਤਾਂ ਜਿਹੜੀਆਂ ਕੀਤੀਆਂ। ਬਾਕੀ ਬੱਚਿਓ ਦੱਸਿਓ ਤੁਹਾਨੂੰ ਟੀਚਰ ਕਿੱਦਾਂ ਲੱਗੇ, ਥੋੜ੍ਹਾ ਜਿਹਾ ਰੌਲਾ ਪਾ ਕੇ ਦੱਸਣਾ ਆ। ਕਿੱਦਾਂ ਸੀਗੀ ਤਾਂ ਕਲਾਸਾਂ? ਹਾਂ, ਪੂਰਾ ਇੰਜੋਏ ਕੀਤਾ? ਕੀ ਸਿੱਖ ਲਿਆ? ਰੰਗ ਬਣਾਉਣੇ ਸਿੱਖੇ? ਵੈਰੀ ਨਾਈਸ। ਅਗਲੇ ਸਾਲ ਫਿਰ ਮੈਂ ਇਸੇ ਬਹਾਨੇ ਮੈਂ ਵੀ ਪੁੱਛਣਾ ਚਾਹੁੰਦਾ ਵੀ ਛੁੱਟੀਆਂ ਜੂਨ ਦੇ ਵਿੱਚ ਸ਼ੁਰੂ ਹੋ ਜਾਂਦੀਆਂ, ਤੁਸੀਂ ਕਿਹੜੇ ਟਾਈਮ ਤੁਹਾਨੂੰ ਪ੍ਰੈਫਰ ਆ ਵੀ ਤੁਸੀਂ ਇਹ ਕੈਂਪ ਜੂਨ 'ਚ ਹੋਵੇ, ਜੁਲਾਈ 'ਚ ਹੋਵੇ, ਅਗਸਤ 'ਚ ਹੋਵੇ? ਜੇ ਮਾਪੇ ਵੀ ਦੱਸ ਸਕਣ ਤਾਂ ਅਸੀਂ ਫਿਰ ਅਗਲੇ ਸਾਲ ਉਸ ਹਿਸਾਬ ਦੇ ਨਾਲ ਇਹਦਾ ਜਿਹੜਾ ਵੇਰਵਾ ਹੈ ਉਸ ਹਿਸਾਬ ਨਾਲ ਬਣਾ ਸਕਦੇ ਆ। ਕਿਹੜਾ ਜੂਨ ਵਧੀਆ ਆ ਜੀ? ਜੂਨ ਠੀਕ ਆ? ਜੂਨ ਦੇ ਨਹੀਂ, ਜੂਨ ਨਹੀਂ, ਓਕੇ। ਜੁਲਾਈ ਦੇ ਵਿੱਚ, ਜੁਲਾਈ ਦੇ ਐਂਡ 'ਚ? ਜੁਲਾਈ ਦੇ ਐਂਡ 'ਚ ਠੀਕ ਆ ਸਾਰਿਆਂ ਨੂੰ? ਤੂੰ ਥੋੜੀ ਆਪ ਆਉਣਾ ਆ, ਤੇਰੇ ਮੰਮੀ ਡੈਡੀ ਨੂੰ ਪੁੱਛਣਾ ਪੈਣਾ ਆ ਵੀ ਤੁਹਾਨੂੰ ਲੈ ਕੇ ਆਉਣਗੇ ਕਿ ਨਹੀਂ ਜੁਲਾਈ 'ਚ। ਠੀਕ ਆ ਜੀ, ਜੁਲਾਈ ਦੇ ਐਂਡ ਦੇ ਵਿੱਚ ਠੀਕ ਰਹਿੰਦਾ? ਪਰਮ ਸਿੰਘ ਜੀ ਨੂੰ ਵੀ ਪੁੱਛ ਲਈਏ ਅਸੀਂ। ਠੀਕ ਆ, ਨਹੀਂ ਚਲੋ ਵਧੀਆ। ਅਤੇ ਬਹੁਤ ਬਹੁਤ ਧੰਨਵਾਦ ਜਸਵਿੰਦਰ ਸਿੰਘ ਭਾਜੀ ਦਾ, ਉਹਨਾਂ ਨੇ ਜਿਹੜੇ ਖਾਣ ਪੀਣ ਦਾ ਪੂਰਾ ਜਿਹੜਾ ਪ੍ਰਬੰਧ ਆ ਉਹ ਕਰਾ ਕੇ ਰੱਖਿਆ। ਨਿਊ ਇੰਡੀਆ ਸਵੀਟ ਐਂਡ ਸਪਾਈਸਿਸ ਵਾਲੇ ਜਸਵਿੰਦਰ ਸਿੰਘ ਜੀ, ਬਹੁਤ ਬਹੁਤ ਉਹਨਾਂ ਦਾ ਧੰਨਵਾਦ। ਅਤੇ ਵਿਸ਼ੇਸ਼ ਤੌਰ ਦੇ ਉੱਤੇ ਸਿੰਘ ਪ੍ਰੋਡਕਸ਼ਨ USA ਵਾਲੇ ਸਰਦਾਰ ਬਲਵਿੰਦਰ ਸਿੰਘ ਜੀ ਅਤੇ ਸੁਰਿੰਦਰਪਾਲ ਸਿੰਘ ਜੀ, ਉਹਨਾਂ ਦਾ ਵੀ ਧੰਨਵਾਦ ਵੀ ਉਹ ਆਏ ਨੇ ਅਤੇ ਅੱਜ ਨਾਲ ਕਵਰੇਜ ਵੀ ਜਿਹੜੀ ਉਹ ਕਰ ਰਹੇ ਨੇ, ਅਤੇ ਇਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਜਿਹੜਾ ਉਹ ਕਰਦੇ ਹਾਂ। ਅਤੇ ਹੁਣ ਬੱਚਿਓ ਰੈਡੀ ਆ ਸਰਟੀਫਿਕੇਟ ਲੈਣ ਦੇ ਲਈ, ਮੈਡਲ ਦੇ ਲਈ? ਐਕਸਾਈਟਿਡ? ਗ੍ਰੈਜੂਏਸ਼ਨ ਅੱਜ ਤੁਹਾਡੀ ਸਾਰਿਆਂ ਦੀ। ਅਤੇ ਮੈਂ ਬੇਨਤੀ ਕਰੂੰਗਾ ਹਰਜੋਤ ਸਿੰਘ ਜੀ ਵੀ ਉਹ ਸਟੇਜ 'ਤੇ ਆਉਣ, ਪਰਮ ਸਿੰਘ ਜੀ ਤੁਸੀਂ ਵੀ ਸਟੇਜ 'ਤੇ ਆਓ, ਅਤੇ ਅਰਸ਼ਦੀਪ ਸਿੰਘ ਜੀ ਤੁਸੀਂ ਵੀ ਨਾਲ ਆਓ। ਬਲਵਿੰਦਰ ਕੌਰ ਜੀ ਨੂੰ ਵੀ ਬੇਨਤੀ ਆ ਜੇ ਉਹ ਹਿੰਮਤ ਮਾਰ ਕੇ ਆ ਸਕਦੇ ਆ ਤਾਂ। ਅਤੇ ਮੈਂ ਵਾਰੀ ਸਿਰ ਨਾਮ ਜਿਹੜੇ ਉਹ ਲਵਾਂਗੇ, ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਬੱਚਿਆਂ ਨੂੰ ਜਿਹੜੇ ਸਰਟੀਫਿਕੇਟ ਆ ਉਹ ਆਪਾਂ ਦੇਣੇ ਸ਼ੁਰੂ ਕਰਾਂਗੇ। ਅਤੇ ਬੱਚਿਆਂ ਨੂੰ ਸਰਟੀਫਿਕੇਟ ਦੇਣ ਤੋਂ ਪਹਿਲਾਂ ਸਾਡੇ ਇਸ ਕੈਂਪ ਦੇ ਸਭ ਤੋਂ ਵੱਡੇ ਵਲੰਟੀਅਰ ਜਿਨ੍ਹਾਂ ਨੇ ਅਣਥੱਕ ਮਿਹਨਤ ਕੀਤੀ, ਜਿਨ੍ਹਾਂ ਦਾ ਨਾਮ ਮੈਂ ਪਹਿਲਾਂ ਵੀ ਜ਼ਿਕਰ ਜਿਹੜਾ ਉਹ ਕੀਤਾ ਸੀਗਾ, ਨੀਰੂ ਢੀਂਡਸਾ ਜੀ, ਉਹਨਾਂ ਨੂੰ ਬੇਨਤੀ ਕਰਦੇ ਹਾਂ ਬੱਚਿਆਂ ਦੇ ਨਾਲ। ਅਤੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਮੈਨੇਜ ਕਰਾਈਆਂ ਆ ਸਵੇਰ ਅਤੇ ਸ਼ਾਮ ਦੀਆਂ ਕਲਾਸਾਂ, 5 ਦਿਨ ਪੂਰੇ ਜਿਹੜੇ ਉਹਨਾਂ ਨੇ ਇੱਥੇ ਸਵੇਰੇ 9-10 ਵਜੇ ਤੋਂ ਆ ਕੇ ਸ਼ਾਮ 5-6 ਵਜੇ ਤੱਕ ਇੱਥੇ ਜਿਹੜੇ ਉਹ ਰਹਿੰਦੇ ਰਹੇ ਆ,
ਉਹਨਾਂ ਦਾ ਵਿਸ਼ੇਸ਼ ਧੰਨਵਾਦ। ਮੈਂ ਬੇਨਤੀ ਕਰੂੰਗਾ ਨੀਰੂ ਢੀਂਡਸਾ ਜੀ ਨੂੰ ਉਹ ਸਟੇਜ ਦੇ ਉੱਤੇ ਆਉਣ ਤੇ ਆਪਣਾ ਜਿਹੜਾ ਸਨਮਾਨ ਪ੍ਰਾਪਤ ਕਰਨ। ਜ਼ੋਰਦਾਰ ਤਾੜੀਆਂ। ਇਹ ਪੇਂਟਿੰਗ ਸਰਦਾਰ ਪਰਮ ਸਿੰਘ ਹੁਣਾਂ ਨੇ ਜਿਹੜੀ ਉਹ ਬਣਾਈ ਸੀ ਦਰਬਾਰ ਸਾਹਿਬ ਦੀ। ਸੋ ਇਹ ਪੇਂਟਿੰਗ ਇਹਨਾਂ ਨੂੰ ਆਪਾਂ ਭੇਂਟ ਕਰ ਰਹੇ ਹਾਂ। ਜ਼ੋਰਦਾਰ ਤਾੜੀਆਂ ਕਰੀ ਫੇਰ। ਬਹੁਤ ਬਹੁਤ ਧੰਨਵਾਦ ਜੀ। ਤੇ ਸਾਡੇ ਜਿਹੜੇ ਅਗਲੇ ਵਲੰਟੀਅਰ ਉਹ ਇਸ ਟਾਈਮ ਅਵਾਰਡ ਦੇ ਰਹੇ ਆ ਤੇ ਉਹਨਾਂ ਨੂੰ ਅਵਾਰਡ ਆਪ ਹੀ ਅਸੀਂ ਦੇ ਦੇਣਾ ਆ। ਅਰਸ਼ਦੀਪ ਸਿੰਘ ਹੁਣਾਂ ਦਾ ਵੀ ਵਿਸ਼ੇਸ਼ ਧੰਨਵਾਦ। ਇਹਨਾਂ ਨੇ ਵੀ ਬਹੁਤ ਯੋਗਦਾਨ ਜਿਹੜਾ ਆ ਉਹ ਪਾਇਆ ਇਸ ਜਿਹੜੇ ਕੈਂਪ ਤੇ ਐਗਜ਼ੀਬਿਸ਼ਨ ਨੂੰ ਜਿਹੜਾ ਉਹ ਨੇਪਰੇ ਚੜਾਉਣ ਦੇ ਲਈ। ਬਹੁਤ ਬਹੁਤ ਧੰਨਵਾਦ। ਜ਼ੋਰਦਾਰ ਤਾੜੀਆਂ। ਤੇ ਮੈਂ ਹੁਣ ਅਗਲੀ ਬੇਨਤੀ ਕਰੂੰਗਾ ਜਸਵਿੰਦਰ ਸਿੰਘ ਜੀ ਨੂੰ, ਨਿਊ ਇੰਡੀਆ ਸਵੀਟ ਐਂਡ ਸਪਾਈਸਿਸ ਵਾਲੇ। ਉਹਨਾਂ ਨੂੰ ਵੀ ਵਿਸ਼ੇਸ਼ ਬੇਨਤੀ ਆ ਵੀ ਉਹਨਾਂ ਨੇ ਵੀ ਬਹੁਤ ਯੋਗਦਾਨ ਇਸ ਦੇ ਵਿੱਚ ਅੱਜ ਦੇ ਸਾਡੇ ਇਸ ਕੈਂਪ ਦੇ ਵਿੱਚ ਤੇ ਐਗਜ਼ੀਬਿਸ਼ਨ ਦੇ ਵਿੱਚ ਦਿੱਤਾ। ਬਹੁਤ ਬਹੁਤ ਧੰਨਵਾਦ ਨਿਊ ਇੰਡੀਆ ਸਵੀਟ ਐਂਡ ਸਪਾਈਸਿਸ ਤੋਂ ਜਸਵਿੰਦਰ ਜੀ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਜ਼ੋਰਦਾਰ ਤਾੜੀਆਂ ਦੇ ਨਾਲ ਆਪਾਂ ਇਹਨਾਂ ਦਾ ਜਿਹੜਾ ਸਾਰਿਆਂ ਦਾ ਧੰਨਵਾਦ। ਤੇ ਬੱਚਿਆਂ ਨੂੰ ਆਪਾਂ ਸਰਟੀਫਿਕੇਟ ਜਿਹੜੇ ਉਹ ਆਪਾਂ ਦੇਣੇ ਸ਼ੁਰੂ ਕਰਾਂਗੇ ਜੀ। ਤੇ ਬੱਚਿਆਂ ਦੇ ਨਾਮ ਤੇ ਪ੍ਰਤੀਤ ਕੌਰ। ਇਹ ਨਾ ਸੋਚਿਓ ਵੀ ਮੈਂ ਆਪਣੀ ਕੁੜੀ ਨੂੰ ਪਹਿਲੋਂ ਅਵਾਰਡ ਦੇਣ ਲੱਗਾ। ਇਹ ਤਾਂ ਨਹੀਂ ਲਿਸਟ ਦੇ ਵਿੱਚ ਉਸ ਹਿਸਾਬ ਦੇ ਨਾਲ ਨਾਮ ਆ ਜੀ। ਉਧਰ ਨੂੰ ਮੂਵ ਕਰਕੇ ਤਾੜੀਆਂ ਜ਼ੋਰਦਾਰ ਵੀ। ਆ ਜਾਓ। ਬਹੁਤ ਠੀਕ। ਤਾੜੀਆਂ। ਜੈਦੇਵ ਸਿੰਘ। ਜ਼ੋਰਦਾਰ ਤਾੜੀਆਂ। ਅੱਜ ਤੂੰ ਤੇ ਆ ਜਾ ਭਾਜੀ ਖਿੱਚੀ ਜਾ ਰਹੇ ਫੋਟੋ। ਤੂੰ ਮੈਡਲ ਫੜ ਲਾ। ਉੱਧਰ ਮੈਡਲ ਫੜ। ਹਾਂ ਉਹ ਦਾ ਫੜਾ ਤੇ ਮੈਡਲ ਫੜ ਲਾ। ਆਂਟੀ ਥੋੜਾ ਅੱਗੇ ਨੂੰ ਆ। ਹਰਮਨ ਰਤੂ। ਤਾੜੀਆਂ ਰੁਕਣੀਆਂ ਨਹੀਂ ਚਾਹੀਦੀਆਂ। ਚੱਲਿਆ ਕਿ ਨਹੀਂ? ਲਿਆ ਬੀਰ ਸਿੰਘ। ਬੀਰ ਸਿੰਘ ਮੈਨੂੰ ਲੱਗਦਾ ਹੈ ਨਹੀਂ ਹੈ। ਜਗਰੂਪ ਜੀ ਤੁਸੀਂ ਲੈ ਲਿਓ। ਰਾਜ ਵਿਦੇਸ਼ਾ ਜੀ ਦੇ ਉਹਨਾਂ ਦਾ। ਹਾਂਜੀ ਇਹ ਉਹਨਾਂ ਨੂੰ ਫੜਾ। ਗਨੀਵ ਕੌਰ, ਏਕਮ ਕੌਰ ਤੇ ਹਜ਼ਾਰਾ ਸਿੰਘ। ਅਗਲੇ ਚਾਰੇ ਵੀ ਫੜਾ ਦਿਓ, ਉਹਨਾਂ ਦੇ ਹੀ ਆ। ਜਗਰੂਪ ਜੀ ਉਹਨਾਂ ਦੇ ਵੀ ਨਾਲ ਲੈ ਜਿਓ ਤੁਸੀਂ। ਗੁਰਸਾਹਿਬ ਸਿੰਘ ਕਿੱਥੇ ਆ ਜਾ ਵੀ ਗੁਰਸਾਹਿਬ ਸਿੰਘ, ਤੇਰੀ ਆ ਗਈ ਵਾਰੀ। ਹਾਂਜੀ ਟੋਟਲ 4 ਇੱਧਰ ਆ ਜਾ। ਇੱਧਰ ਆ ਗੁਰਸਾਹਿਬ ਸਿੰਘ ਆ ਜਾਓ। ਉਧਰ ਹਾਂਜੀ ਇੱਕ ਠੀਕ ਆ। ਚਲੋ
ਗੁਰਸਾਹਿਬ ਸਿੰਘ, ਤੂੰ ਤਾਂ ਪਹੁੰਚ ਵੀ ਗਿਆ। ਆ ਵੇਖੋ, ਅਮਾਨਤ ਕੌਰ, ਨਹੀਂ ਕੋਈ ਨਹੀਂ ਭਾਜੀ, ਫੋਟੋ ਨਹੀਂ ਫੋਟੋ ਬਹੁਤ ਜ਼ਰੂਰੀ ਆ। ਮੁਕਾਸ਼ਫਾ ਮਸੂਦ ਮਲੀ, ਜ਼ੋਰਦਾਰ ਤਾੜੀਆਂ। ਖੜ ਜਾ ਕੋਈ ਨਹੀਂ। ਹਾਂਜੀ ਹਾਂਜੀ, ਨਹੀਂ ਨਹੀਂ, ਹਾਂ ਹਾਂ, ਉਹ ਛੇ ਵੀ ਥੋੜੀ ਜਿਹੀ ਫਰਕ ਆ, ਬਾਕੀ ਦੇਖ ਕੇ ਉਹਦਾ ਕੋਈ ਚੱਕਰ ਨਹੀਂ। ਹੈਪੀ ਇੱਥੇ ਰਹਿ, ਫਿਰ ਤੇਰੇ ਭਰਾ ਦੇ ਨਾਲ ਵੀ ਫੋਟੋ ਹੋ ਗਈ। ਇਬਰਾਹਿਮ, ਮੰਮੀ ਵੀ ਆ ਜਾਣ ਉਹਨਾਂ ਦੇ। ਓਕੇ, ਵਾਸ਼ਨਾ ਦਾ ਜੇ ਦੂਰ ਆ ਨੰਬਰ, ਉਹ ਫਿਰ ਸਰਟੀਫਿਕੇਟ ਲੱਭਣੇ ਪੈਣੇ ਕਿ ਪਹਿਲੋਂ ਕਰਾ ਦਈਏ। ਚਲੋ ਕੋਈ। ਫਤਿਹ ਸਿੰਘ, ਕਾ ਵੀ ਬੜੀ ਸੋਹਣੀ ਦਸਤਾਰ ਸਜਾ ਕੇ ਆਇਆ, ਜ਼ੋਰਦਾਰ ਤਾੜੀਆਂ ਵੀ ਮੁੰਡੇ ਲਈ। ਕੋਈ ਨਹੀਂ, ਹਾਂਜੀ ਹਾਂਜੀ, ਆ ਜਾਓ ਆ ਜਾਓ ਆ ਜਾਓ। ਨਹੀਂ ਨਾਲ ਹੀ ਆ, ਨਹੀਂ ਉਹ ਹੁਣ ਦੂਜਾ ਫਤਿਹ ਸਿੰਘ ਵੀ ਆ ਜਾਵੇ। ਇਹ ਮੁੰਡੇ 'ਚ ਇੰਨੀ એનર્ਜੀ ਆ ਨਾ, ਸਾਨੂੰ ਮਸਾ ਹੀ ਕਾਬੂ ਕਰਨਾ ਪੈਂਦਾ ਹੈ। ਅੱਛਾ, ਮਨਰੀਤ ਕੌਰ, ਇਹ ਸਾਰੀਆਂ ਤਸਵੀਰਾਂ ਜਿੰਨੀਆਂ ਵੀ ਆ, ਇਹ ਪ੍ਰੋਗਰਾਮ ਤੋਂ ਬਾਅਦ ਚ ਪੰਜਾਬੀ ਰੇਡੀਓ USA ਤੇ ਫੇਸਬੁੱਕ ਤੇ ਹੋਣਗੀਆਂ, ਤੁਸੀਂ ਉੱਥੋਂ ਵੀ ਸਿੱਧੀਆਂ ਡਾਊਨਲੋਡ ਕਰ ਸਕਦੇ ਆ। ਸ਼ਾਬਾਸ਼। ਵਾਸ਼ਨਾ ਮਸੂਦ ਮੱਲੀ, ਮੈਚਿੰਗ ਬੈਗ ਆ ਅੱਜ ਤੇਰੇ ਨਾਲ। ਆ ਜਾਓ ਇਬਰਾਹਿਮ, ਹੈਪੀ, ਤੁਸੀਂ ਆ ਕੇ ਇਕੱਠੇ ਤਿੰਨੇ ਜਾਣੇ ਫੋਟੋ ਕਰ ਲਓ, ਚਲੇਗੀ। ਆ ਜਾ ਇਬਰਾਹਿਮ, ਨਾਲ ਭੈਣ ਆਪਣੀ ਤੇ ਫੋਟੋ ਖਿੱਚ ਲਾ, ਭੱਜ ਕੇ ਭੱਜ ਕੇ। ਵਰਸਾਇਆ, ਭੱਜਿਆ ਭੱਜਿਆ, ਆਜੋ ਆਜੋ ਆਜੋ, ਗੁੱਡ ਜੌਬ। ਇੱਧਰ ਇੱਧਰ ਇੱਧਰ, ਨਾਲ ਡੈਡੀ ਨੂੰ ਵੀ ਦੇ ਦਿਓ ਇੱਕ ਸਰਟੀਫਿਕੇਟ। ਚਲੋ ਫਰਮਾਨ ਵੀ ਆ ਜਾਵੇ। ਸਾਈਡ ਤੋਂ ਖਿੱਚ, ਡਬਲ
ਨਿਮਰ ਕੌਰ, ਤੇ ਕੋਲ ਪਹਿਲਾਂ ਹੀ ਸਰਟੀਫਿਕੇਟ ਹੈਗਾ ਆ। ਲਓ ਲੈ ਲਓ। ਸਾਹਿਬ ਸਿੰਘ, ਸਾਹਿਬ ਕਹਿੰਦਾ ਮੈਂ ਤਾਂ ਬੀਚ ਤੇ ਜਾਣਾ ਅੱਜ। ਨਿਮਰ ਆ ਕੇ ਲੈ ਜਾ ਉਹਦਾ ਵੀ ਸਰਟੀਫਿਕੇਟ। ਉਹ ਇੱਥੇ ਹੀ ਹੈ ਤੂੰ? ਮੈਂ ਕਿਹਾ ਚਲੇਗੀ ਕਿਤੇ। ਸ਼ਹਿਬਾਜ਼ ਸਿੰਘ, ਗੁਰਸੀਰਤ ਕੌਰ, ਸ਼ਹਿਬਾਜ਼ ਨਾਲ ਆ ਜਾ, ਆਪਣੀ ਭੈਣ ਦੇ ਨਾਲ ਵੀ ਫੋਟੋ ਖਿਚਾ ਲਾ, ਇਕੱਠੇ ਖਿਚਾ ਲਓ। ਹਰਗੁਣ ਕੌਰ, ਤਾੜੀਆਂ ਵਾਲੋ ਜੀ ਜ਼ੋਰਦਾਰ। ਜਪਜੀ ਕੌਰ, ਅਵਜੋਤ ਸਿੰਘ, ਤਾੜੀਆਂ। ਸਰਗੁਣ ਕੌਰ, ਸ਼ਰਨ ਕੌਰ, ਪ੍ਰਭ ਸ਼ਰਨ ਸਿੰਘ, ਇਹ ਸ਼ਰਨ ਕੌਰ ਆ। ਅੱਛਾ ਰਹਿ ਗਿਆ ਆਪਣੇ। ਹੁਣ ਪ੍ਰਭ ਸ਼ਰਨ ਨੂੰ ਵੀ ਦੇ ਦਿਓ। ਆ ਜਾਓ ਦੋਨੋਂ ਭੈਣ ਭਾਈ ਇਕੱਠੇ। ਆ ਜਾ ਸ਼ਰਨ, ਆ ਜਾ ਫੋਟੋ ਇਕੱਠੇ। ਸੌਰੀ ਭਾਈ ਤੇਰਾ ਸਰਟੀਫਿਕੇਟ ਰਹਿ ਗਿਆ, ਤੂੰ ਨਾਰਾਜ਼ ਨਾ ਹੋਈ ਬਸ। ਤਾੜੀਆਂ। ਹਰਸ਼ਾਨ ਸਿੰਘ, ਉਧਰੋਂ ਹਾਂ। ਹਿੰਮਤ ਸਿੰਘ, ਪ੍ਰਸ਼ਾਨ ਆ ਜਾ ਨਾਲ ਫੋਟੋ ਖਿੱਚੀਏ। ਹੈ ਪ੍ਰਭਸ਼ਾਨ ਤੇ ਸ਼ਨ ਉਹ ਵੀ ਆ ਜਾਓ, ਵੀ ਚਾਰੇ ਜਣੇ ਨੇ ਇਕੱਠੀ ਖਿੱਚਣੀ ਫੋਟੋ। ਆ ਜਾਓ ਆ ਜਾਓ, ਕੋਈ ਗੱਲ ਨਹੀਂ।
ਅਨੁਰੀਤ ਕੌਰ, ਅਨੁਰੀਤ ਕੌਰ ਪਹੁੰਚੇ ਨਹੀਂ, ਉਹ ਨਹੀਂ ਹੈਗੇ ਅੰਦਰ ਨਾ। ਰਬਾਬ ਸਿੰਘ, ਤੇ ਮਹਿਰਾਬ ਸਿੰਘ। ਸਰਟੀਫਿਕੇਟ ਵੀ ਫੜ ਲਾ ਉਹਨੂੰ, ਉਹ ਕਹਿੰਦਾ ਵੀ ਮੈਡਲ ਚਾਹੀਦਾ, ਸਰਟੀਫਿਕੇਟ ਦੀ ਕੋਈ ਗੱਲ ਨਹੀਂ। ਮਹਿਰਾਬ ਦੀ, ਹਾਂਜੀ ਹੱਥ 'ਚ ਫੜਾਓ। ਜ਼ੋਰਦਾਰ ਤਾੜੀਆਂ ਜੀ। ਅੰਗਦ ਸਿੰਘ, ਆਜਾ ਆਜਾ। तेरा नाम ही मिस हो गया। कोई नहीं कोई नहीं। अगमजोत ਨਾਲ ਹੀ ਰਹਿ, ਤੇਰਾ ਭਰਾ ਆ ਕੇ ਕਿੰਨੀ ਸਾਈਡ ਤੇ ਖੜਾ ਕਰ ਦੋ ਤੇ ਇਕੱਠਿਆ ਕਰ ਦਿਓ ਉਹਨਾਂ ਨੂੰ। ਹੁਕਮ ਸਿੰਘ, ਹਾਂਜੀ ਨਹੀਂ ਹਾਂਜੀ ਵੱਖਰਾ ਇੱਧਰ ਆ ਮੈਨੂੰ ਨਹੀਂ ਪਤਾ। ਹੁਕਮ ਸਿੰਘ ਹੋ ਗਿਆ। ਜਿੰਦ ਕੌਰ, ਨਾ ਦੋ ਜਣਿਆਂ ਦੇ ਮਿਸਿੰਗ ਆ ਜਿਨ੍ਹਾਂ ਦੇ ਲਿਖੇ ਨਹੀਂ ਗਏ ਸਰਟੀਫਿਕੇਟ। ਬਟ ਇਹਦਾ ਹਰਸਿਮਰਨ ਦਾ ਅੱਜ ਪਿਆ ਆ ਲਿਖਿਓ ਆਜੋ। ਕਿਸੇ ਕੋਈ ਮਿਸ ਨਹੀਂ, ਮੈਨੂੰ ਪਤਾ ਵੀ ਇਹ ਇੱਕ ਸ਼ਰਨ ਕੌਰ ਦਾ ਰਹਿ ਗਿਆ ਸਰਟੀਫਿਕੇਟ ਤੇ ਇੱਕ ਹਰਸਿਮਰਨ ਦਾ। ਹੋਰ ਤੇ ਨਹੀਂ ਕੋਈ ਮਿਸਿੰਗ ਸੀਗਾ ਨਾ, ਕਦੇ ਸਾਨੂੰ ਕੋਈ ਰਹਿ ਨਾ ਗਿਆ ਹੋਵੇ ਕੋਈ। ਫਿਰ ਤੈਨੂੰ ਤਾਂ ਮਿਲ ਗਿਆ ਆ। ਜੀ ਬ੍ਰੇਕ ਆਈ ਸੀ ਕੋਈ ਨਾ। ਹਰਸਿਮਰਨ ਕੌਰ, ਤਾੜੀਆਂ ਵੀ ਜ਼ੋਰਦਾਰ। ਤੇ ਸ਼ਰਨ ਕੌਰ, ਤੇਰਾ ਸਰਟੀਫਿਕੇਟ ਰਹਿ ਗਿਆ ਸੀ। ਸ਼ਰਨ ਕੌਰ, ਤਾੜੀਆਂ। ਸੋ ਕੋਈ ਬੱਚਾ ਰਹਿ ਤਾਂ ਨਹੀਂ ਗਿਆ ਜੀ, ਕੋਈ ਮਿਸ ਤਾਂ ਨਹੀਂ ਸੀਗਾ। ਤੂੰ ਤਾਂ ਹੋ ਗਿਆ, ਤੇਰੇ ਗਲੇ 'ਚ ਮੈਡਲ ਪਿਆ ਆ। ਚਲੋ ਜੀ, ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ, ਬਹੁਤ ਬਹੁਤ ਧੰਨਵਾਦ। ਤੁਸੀਂ ਆਏ, ਤੁਸੀਂ ਪਹੁੰਚੇ, ਇਸ ਕੈਂਪ ਨੂੰ ਤੁਸੀਂ ਸਫਲ ਬਣਾਇਆ ਤੇ ਬਹੁਤ ਬਹੁਤ ਸ਼ੁਕਰੀਆ। ਤੇ ਅਗਲੇ ਸਾਲ ਫਿਰ ਆਪਾਂ ਇਸੇ ਤਰੀਕੇ ਦੇ ਨਾਲ ਇਹ ਕੈਂਪ ਤੇ ਜਿਹੜੀ ਐਗਜ਼ੀਬਿਸ਼ਨ ਆ, ਹਾਂਜੀ ਸੋ ਜਿਹੜੀ ਟੀ-ਸ਼ਰਟ ਆ, ਪੰਜਾਬੀ ਲਿਖੋ, ਪੰਜਾਬੀ ਪੜ੍ਹੋ ਤੇ ਪੰਜਾਬੀ ਬੋਲੋ, ਇਹ ਚੀਜ਼ ਦੇ ਉੱਤੇ ਆਪਾਂ ਪਹਿਰਾ ਨਾਲ ਦੇ ਨਾਲ ਜਿਹੜਾ ਉਹ ਦੇਣਾ ਹੈ। ਸੋ ਬੱਚਿਓ, ਇਹ ਸਾਰੇ ਜਾਣਿਆਂ ਨੇ ਟੀ-ਸ਼ਰਟਾਂ ਘਰੇ ਵੀ ਪਾਉਣੀਆਂ
ਤੇ ਬਾਹਰ ਵੀ ਪਾ ਕੇ ਜਿਹੜਾ ਉਹ ਘੁੰਮਿਆ ਫਿਰਿਆ ਕਰੋ। ਤੇ ਹਾਂਜੀ ਨਿਮਰ ਕੌਰ ਕੁਝ ਕਹਿਣਾ ਚਾਹੁੰਦੀ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਹਾਂਜੀ ਸਾਰਿਆਂ ਦਾ ਹੀ ਜਿੱਦਾਂ ਮੈਂ ਕਹਿ ਰਿਹਾ ਸੀ ਬਹੁਤ ਬਹੁਤ ਧੰਨਵਾਦ। ਤੇ ਸਿੰਘ ਪ੍ਰੋਡਕਸ਼ਨ ਵਾਲੇ ਬਲਵਿੰਦਰ ਸਿੰਘ ਤੇ ਸੁਰਿੰਦਰਪਾਲ ਸਿੰਘ ਹੁਣਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਉਹ ਵੀ ਆਉਣ ਤੇ ਉਹਨਾਂ ਦਾ ਅਸੀਂ ਵਿਸ਼ੇਸ਼ ਜਿਹੜਾ ਸਨਮਾਨ ਧੰਨਵਾਦ ਕਰਦੇ ਹਾਂ। ਉਹ ਅੱਜ ਕਵਰੇਜ ਦੇ ਲਈ ਜਿਹੜੇ ਇੱਥੇ ਪਹੁੰਚੇ ਹੋਏ ਆ, ਸੋ ਵਿਸ਼ੇਸ਼ ਤੌਰ ਦੇ ਉੱਤੇ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਸਿੰਘ ਪ੍ਰੋਡਕਸ਼ਨ USA ਵਾਲੇ। ਜ਼ੋਰਦਾਰ ਤਾੜੀਆਂ ਜੀ ਇਹਨਾਂ ਦੇ ਲਈ। ਤੇ ਅਖੀਰ ਦੇ ਵਿੱਚ ਇੰਦਰਜੀਤ ਸਿੰਘ ਬਰਾੜ ਹੋਣਾ ਦਾ ਵੀ ਵਿਸ਼ੇਸ਼ ਧੰਨਵਾਦ। ਉਹਨਾਂ ਨੇ ਵੀ ਅੰਤ ਤੱਕ ਮਿਹਨਤ ਕੀਤੀ ਇਸ ਕੈਂਪ ਨੂੰ ਸਫਲ ਬਣਾਉਣ ਦੇ ਲਈ। ਉਹਨਾਂ ਨੂੰ ਵੀ ਬੇਨਤੀ ਆ ਵੀ ਸਟੇਜ ਦੇ ਉੱਤੇ ਆਉਣ ਤੇ ਸਟੇਜ ਦੇ ਉੱਤੇ ਆ ਕੇ ਆਪਣਾ ਜਿਹੜਾ ਸਨਮਾਨ ਚਿੰਨ੍ਹ ਆ ਉਹ ਪ੍ਰਾਪਤ ਕਰਨ। ਬਾਹਰ ਨੇ ਚਲੋ ਠੀਕ ਹੈ ਜੀ, ਜੇ ਸੁਣਦੇ ਆਵਾਜ਼ ਤਾਂ ਆ ਜਾਣ ਜੀ ਇੱਧਰ ਨੂੰ। ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫੇਰ ਸਾਰਿਆਂ ਦਾ। ਤੁਸੀਂ ਸਾਰੇ ਪਹੁੰਚ ਉਹ ਆ ਗਏ ਬਰਾੜ ਸਾਹਿਬ ਆ ਗਏ ਖੜ ਜਾਓ। ਠੀਕ ਹੈ ਇੰਦਰਜੀਤ ਬਰਾੜ ਜੀ ਬਹੁਤ ਬਹੁਤ ਧੰਨਵਾਦ ਜੀ। ਵਲੰਟੀਅਰ ਸੇਵਾ ਦੇ ਲਈ ਬਹੁਤ ਬਹੁਤ ਸ਼ੁਕਰੀਆ। ਜਦੋਂ ਤੋਂ ਹੀ ਪੰਜਾਬੀ ਰੇਡੀਓ USA ਪੰਜਾਬੀ ਕਲਚਰ ਸੈਂਟਰ ਦੇ ਇਦਾਂ ਦੇ ਸਮਾਗਮ ਹੁੰਦੇ ਆ, ਇਹ ਹਮੇਸ਼ਾ ਹੀ ਪਹੁੰਚਦੇ ਆ ਤੇ ਬੜੀ ਮਿਹਨਤ ਦੇ ਨਾਲ ਵਲੰਟੀਅਰ ਸੇਵਾ ਜਿਹੜੀ ਇਹ ਕਰਦੇ ਆ। ਸਾਰਿਆਂ ਦਾ ਹੀ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ। ਜਿੰਨੇ ਵੀ ਇਹ ਫੋਟੋਆਂ ਜਿੰਨੇ ਵੀ ਇਹ ਲਿੰਕ ਨੇ ਇਹ ਸਾਰੇ ਪੰਜਾਬੀ ਰੇਡੀਓ USA ਦੀ ਫੇਸਬੁੱਕ ਪੇਜ ਦੇ ਉੱਤੇ, ਬਾਕੀ ਸ਼ਾਰਟਸ ਦੇ ਵਿੱਚ, ਰੀਲਸ ਦੇ ਵਿੱਚ, ਸੋਸ਼ਲ ਮੀਡੀਆ ਦੇ ਵੱਖ-ਵੱਖ ਮਾਧਿਅਮ ਦੇ ਜ਼ਰੀਏ ਜਿਹੜੇ ਆ ਉਹ ਉੱਥੇ ਹੋਣਗੇ। ABC 30 ਦੀ ਜਿਹੜੀ ਨਿਊਜ਼ ਕਵਰੇਜ ਹੋਈ ਆ, KMPH ਦੀ, KMJ 580 ਦੀ, ਉਹਨਾਂ ਸਾਰਿਆਂ ਦਾ ਵੀ ਅਸੀਂ ਦੂਜੇ ਅਦਾਰਿਆਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਆਰਟ ਐਗਜ਼ੀਬਿਸ਼ਨ ਤੇ ਆਰਟ ਕੈਂਪ ਦੀ ਜਿਹੜੀ ਜਾਣਕਾਰੀ ਆ ਬਾਕੀ ਸੰਗਤ ਤੱਕ ਵੀ ਜਿਹੜੀ ਉਹ ਪਹੁੰਚਾਈ ਆ। ਤੇ ਹੁਣ ਜੀ ਬਿਲਕੁਲ ਸੋ ਜੀ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਇਸ ਪੂਰੇ ਕੈਂਪ ਦੇ ਲਈ, ਪੂਰੇ ਐਗਜ਼ੀਬਿਸ਼ਨ ਦੇ ਲਈ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਜ਼ੋਰਦਾਰ ਤਾੜੀਆਂ। ਸੋ ਬਹੁਤ ਬਹੁਤ ਧੰਨਵਾਦ। ਅਗਲੇ ਸਾਲ ਫੇਰ ਆਪਾਂ ਮਿਲਾਂਗੇ ਜਾਂ ਉਸ ਤੋਂ ਪਹਿਲਾਂ ਕੋਈ ਹੋਰ ਸਮਾਗਮ ਹੋਇਆ ਉਹਦੇ ਲਈ ਆਪਾਂ ਤੁਹਾਨੂੰ ਜਾਣਕਾਰੀਆਂ ਦਿੰਦੇ ਰਵਾਂਗੇ। ਪੰਜਾਬੀ ਰੇਡੀਓ USA ਨੂੰ ਸੁਣਦੇ ਰਿਹਾ ਕਰੋ, ਐਪ ਡਾਊਨਲੋਡ ਕਰੋ ਤੇ ਬਾਕੀਆਂ ਨੂੰ ਵੀ ਐਪ ਡਾਊਨਲੋਡ ਕਰਾ ਕੇ ਰੱਖੋ। ਸੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਨਿਆਣੇ ਖੁਸ਼ ਹੋ ਤੁਸੀਂ ਸਾਰੇ ਜਣੇ? ਆਵਾਜ਼ ਨਹੀਂ ਆਈ ਅਜੇ, ਉੱਚੀ ਦੇਣੀ। ਹਾਂ ਹੁਣ ਬਣੀ ਆ ਗੱਲ। ਨਹੀਂ ਜੇ ਹੈਗੀ ਤੇ ਚਾਹ ਪਕੌੜੇ ਬਾਹਰ ਫੇਰ ਤਿਆਰ ਆ, ਉਹ ਛਾਕੇ ਜਾਣੇ ਸਾਰਿਆਂ ਨੇ ਸਭ ਨੂੰ। ਤੇ ਜਗਰੂਪ ਸਿੰਘ ਜੀ ਉਹ ਵੀ ਕੁਝ ਜਿਹੜਾ ਉਹ ਕਹਿਣਾ ਚਾਹੁੰਦੇ ਨੇ ਜੀ। ਜ਼ਰੂਰ ਧੰਨਵਾਦ। ਮੈਂ ਕਿਹਾ ਤੁਸੀਂ ਸਾਰਿਆਂ ਦਾ ਕਰਤਾ, ਤੁਹਾਡਾ ਵੀ ਬਣਦਾ। ਧੰਨਵਾਦ ਜੀ। ਹਾਂਜੀ ਜਿੰਨੇ ਵੀ ਮਾਪੇ ਬੱਚੇ ਆਪਾਂ ਇੱਥੇ ਪਹੁੰਚੇ ਆ, ਪਹਿਲਾਂ ਤਾਂ ਗੁਰੂ ਨੂੰ ਯਾਦ ਕਰਦੇ ਹੋਏ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਕਿਹਾ ਜੀ ਸਾਰਿਆਂ ਨੂੰ ਸਤਿਕਾਰ, ਬੱਚਿਆਂ ਨੂੰ ਪਿਆਰ ਦਿੱਤਾ। ਮੇਨ ਕੰਮ ਜਿਨ੍ਹਾਂ ਨੇ ਕੀਤਾ ਧੰਨਵਾਦ ਕਰਦਾ, ਆਪਾਂ ਮਾਪਿਆਂ ਵੱਲੋਂ ਇਹਨਾਂ ਦਾ ਧੰਨਵਾਦ ਕਰ ਦਈਏ। ਸੋ ਬੱਚਿਓ ਪੰਜਾਬੀ ਰੇਡੀਓ USA ਤੁਸੀਂ ਸਾਰੇ ਸੁਣਦੇ ਹੋ, ਮਾਪੇ ਵੀ ਸੁਣਦੇ ਆ। ਅੱਜ ਇਹਨਾਂ ਨੇ ਜਿਹੜੇ ਉਦਮ ਉਪਰਾਲੇ ਬਹੁਤ ਸਾਲਾਂ ਤੋਂ ਕਰਦੇ ਆ ਰਹੇ ਆ, ਅੱਜ ਤੁਸੀਂ ਉਹਦੀ ਸਮਾਪਤੀ ਤੇ ਸਾਰੇ ਬੱਚਿਆਂ ਨੂੰ ਦੇਖਿਆ, ਇਹਨਾਂ ਨੇ ਬੜੇ ਇਨਾਮ ਵੀ ਦਿੱਤੇ ਨੇ, ਤੁਹਾਡਾ ਹੌਸਲਾ ਵਧਾਇਆ। ਸੋ ਆਓ ਆਪਾਂ ਸਾਰੇ ਜਾਣੇ ਇਹਨਾਂ ਦੇ ਲਈ ਇੱਕ ਜਕਾਰਾ ਲਾ ਕੇ ਇਹਨਾਂ ਦਾ ਧੰਨਵਾਦ ਕਰੀਏ। ਬਾਅਦ 'ਚ ਫਿਰ ਤਾੜੀ ਵੀ ਲਾਵਾਂਗੇ ਜੀ। ਜਕਾਰੇ ਦਾ ਜਵਾਬ ਸਾਰੇ ਬੁਲੰਦ ਆਵਾਜ਼ 'ਚ ਦੇਣਗੇ। ਬੱਚੇ ਤਿਆਰ ਹੋ ਬਈ? ਬੋਲੇ ਸੋ ਨਿਹਾਲ। ਚਲੋ ਹੁਣ ਲਾਓ ਤਾੜੀਆਂ ਇਹਨਾਂ ਦੇ ਨਾਂ ਦੀਆਂ ਵੀ, ਹਨਾ। ਸੋ ਬਹੁਤ ਧੰਨਵਾਦ ਰਾਜਕਰਨ ਜੀ ਦਾ, ਭਾਈ ਹਰਜੋਤ ਸਿੰਘ ਜੀ ਖਾਲਸਾ ਜੀ ਉਹਨਾਂ ਦਾ, ਇਹਨਾਂ ਦੀ ਸਮੁੱਚੀ ਟੀਮ ਦਾ। ਸਰਦਾਰ ਪਰਮ ਸਿੰਘ ਜੀ ਹੁਣੀ ਕੈਨੇਡਾ ਤੋਂ ਵਿਸ਼ੇਸ਼ ਕਰਕੇ ਇੱਥੇ ਪਹੁੰਚੇ ਨੇ।
ਜਿਹੜੇ ਬਚਨ ਉਹਨਾਂ ਨੇ ਸਾਂਝੇ ਕੀਤੇ ਆ। ਮੈਂ ਨਾ ਪਹਿਲੇ ਦਿਨ ਹੀ ਜਦੋਂ ਬੱਚਿਆਂ ਨੂੰ ਇੱਥੇ ਲੈ ਕੇ ਆਇਆ, ਮੈਂ ਘਰ ਜਾ ਕੇ ਪੁੱਛਿਆ, ਮੈਂ ਕਿਹਾ ਵੀ ਪੁੱਤ ਕਿਵੇਂ ਕੀ ਕੱਲ ਨੂੰ ਜਾਣਾ ਕਿ ਰਹਿਣ ਦੀ ਹੈ। ਮੈਂ ਕਿਹਾ ਚਲੋ ਬੱਚਿਆਂ ਦਾ ਦੇਖੀਏ ਵੀ ਅੰਦਰਲਾ ਜਿਹੜਾ ਇੰਟਰਸਟ ਆ ਉਹ ਕਿਵੇਂ ਆ। ਬੱਚੇ ਆਪਣੇ ਆਪ 'ਚ ਵਾਕਈ ਜਿੱਦਾਂ ਉਹਨਾਂ ਨੇ ਗੱਲ ਕਹੀ ਹੈ ਗਵਾਚੇ ਹੋਏ ਸੀ। ਕਹਿੰਦੇ ਅਸੀਂ ਬਹੁਤ ਜ਼ਿਆਦਾ ਆਨੰਦ ਲਿਆ, ਬੜਾ ਇੰਜੋਏ ਕੀਤਾ। ਹਰ ਰੋਜ਼ ਬੱਚੇ ਆਪਣੀ ਖੁਸ਼ੀ ਨਾਲ ਵੇਲੇ ਨਾਲ ਤਿਆਰ ਹੋ ਕੇ ਕਹਿੰਦੇ ਸੀ ਚਲੋ ਚੱਲੀਏ, ਇੰਜੋਏ ਕੀਤਾ। ਸੋ ਕਲਾ ਇੱਕ ਇਹੋ ਜਿਹੀ ਚੀਜ਼ ਆ ਜੀ, ਆਰਟ ਇੱਕ ਇਹੋ ਜਿਹੀ ਚੀਜ਼ ਆ ਜਿਹੜੀ ਜੇ ਸਿਆਣਾ ਬੰਦਾ ਵੀ ਬੈਠ ਕੇ ਨਾ ਉਹਨੂੰ ਨਿਹਾਰਨ ਲੱਗ ਜਾਵੇ, ਡਿਪਰੈਸ਼ਨ ਤੋਂ ਬਾਹਰ ਚਲਿਆ ਜਾਊਗਾ ਇੱਕ ਘੜੀ। ਕਿਉਂਕਿ ਇੱਕ ਪਿੱਛੇ ਇਤਿਹਾਸ ਦੀ ਪੇਂਟਿੰਗ ਜਿੱਦਾਂ ਭਾਈ ਪਰਮ ਸਿੰਘ ਉਹਨਾਂ ਨੇ ਦੱਸਿਆ, ਜੇ ਇਤਿਹਾਸ ਦਾ ਕੋਈ ਵੀ ਕਲਾ ਤੁਸੀਂ ਇੱਕ ਕੈਨਵਸ ਦੇ ਉੱਤੇ ਇੱਕ ਪੇਂਟਿੰਗ ਉਤਾਰਨੀ ਆ, ਉਦੋਂ ਪਹਿਲਾਂ ਤੁਹਾਨੂੰ ਇਤਿਹਾਸ ਦੀਆਂ ਬਰੀਕੀਆਂ ਨੂੰ ਉਸ ਬੱਚੇ ਨੂੰ ਸਮਝਣਾ ਪੈਣਾ ਵਾ। ਜੇ ਕਿਤੇ ਕੋਈ ਫੁੱਲਾਂ ਦੀ ਪੇਂਟਿੰਗ ਬਣਾਉਣੀ ਆ, ਫੁੱਲਾਂ ਦੀਆਂ ਗਹਿਰਾਈਆਂ ਨੂੰ, ਪੰਖੜੀਆਂ ਨੂੰ ਨਿਹਾਰਨਾ ਪੈਣਾ, ਫਿਰ ਜਾ ਕੇ ਉਹ ਕਲਾ ਤੁਹਾਡੇ ਉਸ ਤੇ ਆਉਣੀ ਹੈ। ਜਿਹੜਾ ਅੱਜ ਦਾ ਸਮਾਂ, ਜਿਵੇਂ ਭਾਈ ਸਾਹਿਬ ਜੀਆਂ ਨੇ, ਰਾਜਕਰਨ ਸਿੰਘ ਜੀਆਂ ਨੇ ਵੀ ਕਿਹਾ ਵੀ AI ਦਾ ਸਮਾਂ ਆ ਗਿਆ, ਕਿਉਂਕਿ ਇਸ AI ਦੇ ਯੁੱਗ ਦੇ ਵਿੱਚ ਅਸੀਂ ਸਿਰਫ 30 ਸੈਕਿੰਡ ਦੇ ਵਿੱਚ ਉਲਝ ਕੇ ਰਹਿ ਗਏ ਹਾਂ। 30 ਸੈਕਿੰਡ ਦੇ ਵਿੱਚ ਹੀ ਸਾਡਾ ਡਿਪਰੈਸ਼ਨ ਵਧਣ ਦਾ ਆਉਣ ਵਾਲੇ ਸਮੇਂ 'ਚ ਕਾਰਨ ਬਣਨਾ। ਅਸੀਂ 30 ਸੈਕਿੰਡ ਤੋਂ ਬਾਅਦ ਸਾਡੀ ਮੈਮਰੀ ਚਾਹੁੰਦੀ ਆ ਕੁਝ ਵੱਖਰਾ ਹੋਵੇ। ਸੋ ਜਿਹੜੇ ਇਹੋ ਜਿਹੇ ਉਦਮ ਉਪਰਾਲੇ ਇਹਨਾਂ ਸਿੰਘਾਂ ਨੇ ਕੀਤੇ ਨੇ, ਇਹ ਇੱਕ ਬਹੁਤ ਵੱਡਾ ਉਦਮ ਉਪਰਾਲਾ ਹੋਊਗਾ ਸਾਡੇ ਪੰਜਾਬੀ ਭਾਈਚਾਰੇ ਨੂੰ ਆਉਣ ਵਾਲੇ ਸਮੇਂ 'ਚ ਆਪਣੇ ਕਲਚਰ ਨਾਲ ਜੋੜਨ ਵਾਸਤੇ, ਆਪਣੇ ਬੱਚਿਆਂ ਨੂੰ ਸਿੱਖੀ ਸਿਧਾਂਤਾਂ ਨਾਲ ਜੋੜਨ ਵਾਸਤੇ। ਕਿਉਂਕਿ ਸਿੱਖੀ ਸਿਧਾਂਤਾਂ ਨਾਲ ਰਿਲੇਟਡ ਜਿੰਨੀਆਂ ਵੀ ਤੁਸੀਂ ਦੇਖਦੇ ਹੋ ਪੇਂਟਿੰਗ, ਤਸਵੀਰਾਂ ਜਾਂ ਸਾਡਾ ਜਿਹੜਾ ਕਲਚਰ ਇਹਨਾਂ ਨੇ ਸੰਭਾਲ ਕੇ ਬਣਾਇਆ ਉਹ ਹੈਗਾ। ਸੋ ਆਉਣ ਵਾਲੇ ਸਾਲਾਂ 'ਚ ਮੈਂ ਬੇਨਤੀ ਕਰੂੰ ਰਾਜਕਰਨ ਸਿੰਘ ਜੀ ਨੂੰ ਵੀ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਤੋਂ ਬਹੁਤ ਬੱਚੇ ਪਹੁੰਚੇ ਨੇ। ਜਿਹੜਾ ਅਗਸਤ ਦਾ ਸਮਾਂ ਹੁੰਦਾ ਉਹ ਜ਼ਿਆਦਾ ਵਧੀਆ ਹੁੰਦਾ ਜੀ, ਕਿਉਂਕਿ ਜੂਨ ਦੇ ਵਿੱਚ ਜਾਂ ਪਹਿਲੇ ਹਫ਼ਤਿਆਂ ਦੇ ਵਿੱਚ, ਜੂਨ ਅੱਧ ਤੋਂ ਲੈ ਕੇ ਪੂਰਾ ਜੁਲਾਈ ਵਿੱਚ 6 ਹਫ਼ਤੇ ਬੱਚਿਆਂ ਦੇ ਕੈਂਪ ਸਾਡੇ ਉੱਥੇ ਗੁਰਦੁਆਰਾ ਸਾਹਿਬ ਚੱਲਦੇ ਨੇ। ਉਹ ਸਮਾਂ ਤੁਸੀਂ ਦੇਖ ਲਿਓ। ਬਾਕੀ ਜਿੰਨੇ ਕਿ ਵੀ ਬੱਚੇ ਪਹੁੰਚੇ ਆ, ਮਾਪਿਆਂ ਦਾ ਧੰਨਵਾਦ ਆ। ਇਹ ਨਾ ਸੋਚੋ ਵੀ ਬੱਚਿਆਂ ਨੇ ਕੁਝ ਬਣਾਉਣਾ ਨਹੀਂ ਸਿੱਖਿਆ, ਬੱਚਿਆਂ ਨੇ ਬਹੁਤ ਕੁਝ ਸਿੱਖ ਲਿਆ। ਕਿਉਂਕਿ ਮੇਰਾ 12-13 ਸਾਲ ਤੋਂ ਬੱਚਿਆਂ ਨਾਲ ਇੱਥੇ ਇੱਕ ਤਜਰਬਾ ਹੈਗਾ ਤੇ ਪਿਛਲੇ 20 ਸਾਲਾਂ ਤੋਂ ਮੈਂ ਪੰਜਾਬ ਔਰ ਇੱਥੇ ਬੱਚਿਆਂ ਨਾਲ ਇਹੋ ਜਿਹੇ ਉਦਮ ਉਪਰਾਲਿਆਂ 'ਚ ਰਿਹਾ ਵਾਂ। ਸੋ ਮੈਨੂੰ ਪਤਾ ਵੀ ਬੱਚਾ ਇੱਕ ਦਿਨ 'ਚ ਨਹੀਂ, ਬੱਚੇ ਦੀ ਸ਼ੁਰੂਆਤ ਇੱਕ ਦਿਨ 'ਚ ਹੁੰਦੀ ਆ, ਪਰ ਇਹਨਾਂ ਨੇ ਅੱਗੇ ਬਹੁਤ ਕੁਝ ਇਹ ਤੋਂ ਸਿੱਖਣਾ। ਤੁਸੀਂ ਲੈ ਕੇ ਆਏ ਹੋ, ਤੁਹਾਡਾ ਵੀ ਧੰਨਵਾਦ। ਦੁਬਾਰ ਤੋਂ ਸਾਡੇ ਹਰਜੋਤ ਸਿੰਘ ਖਾਲਸਾ ਜੀਆਂ ਦਾ, ਪੰਜਾਬੀ ਰੇਡੀਓ USA ਵਾਲਿਆਂ ਦਾ, ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਜਾਂਦੇ ਜਾਂਦੇ ਜਿਨ੍ਹਾਂ ਨੇ ਕੈਂਪ ਲਾਇਆ ਉਹਨਾਂ ਨੂੰ ਤਾਂ ਅਸੀਂ ਸਨਮਾਨ ਦੇਣਾ ਹੀ ਭੁੱਲ ਗਏ, ਚੇਤਾ ਹੀ ਭੁੱਲ ਗਿਆ ਸਾਰੀਆਂ ਚੀਜ਼ਾਂ ਦੇ ਵਿੱਚ। ਪਰਮ ਸਿੰਘ ਜੀ ਇੱਕ ਵਾਰੀ ਫੇਰ ਸਟੇਜ ਵੱਲ ਨੂੰ ਕੂਚ ਕਰਿਓ ਜੀ। ਜ਼ੋਰਦਾਰ ਤਾੜੀਆਂ। ਗੁਰੂ ਮਹਾਰਾਜ ਚਾਹਿਆ ਅਗਲੇ ਸਾਲ ਇਦਾਂ ਹੀ ਆਪਾਂ ਫਿਰ ਮੁਲਾਕਾਤ ਜਿਹੜੀ ਉਹ ਕਰਾਂਗੇ ਤੇ ਇਦਾਂ ਹੀ ਬੱਚਿਓ ਆਪਾਂ ਇਦਾਂ ਦੇ ਕੈਂਪ ਲਾਉਂਦੇ ਰਹਿਣਾ ਤੇ ਤੁਸੀਂ ਮਾਪਿਆਂ ਨੇ ਇਦਾਂ ਹੀ ਆਉਂਦੇ ਰਹਿਣਾ। ਤੇ ਜਾਂਦੇ ਜਾਂਦੇ ਮਾਪਿਆਂ ਦੇ ਨਾਂ ਤੇ ਇੱਕ ਵਾਰੀ ਫੇਰ ਜ਼ੋਰਦਾਰ ਤਾੜੀਆਂ ਜਿਨ੍ਹਾਂ ਨੇ ਸਾਰੇ ਉਪਰਾਲੇ ਦੇ ਵਿੱਚ ਸਭ ਤੋਂ ਵੱਧ ਮਿਹਨਤ ਕੀਤੀ ਹੈ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਾਹ ਪਕੌੜਿਆਂ ਨਾਲ ਲੰਗਰ ਤਿਆਰ ਹੈ, ਛਕ ਕੇ ਜਾਣਾ ਜੀ। ਧੰਨਵਾਦ ਜੀ। ਬੱਚੇ ਦੇਖੋ, ਉਹ ਵੀਡੀਓ ਪਾਣੀ ਹੈ ਸਾਰੇ